ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕੁਝ ਹਫ਼ਤਿਆਂ ਤੋਂ ਲਗਾਤਾਰ ਵੀਰ ਹਰਜੀਤ ਸਿੰਘ ਜੀ ਮਨੁੱਖੀ ਜੀਵਨ, ਯਾਤਰਾ ਅਤੇ ਮੰਜ਼ਿਲ ਦੇ ਵਿਸ਼ੇ ਦੇ ਉੱਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਹਨ। ਉਸੇ ਲੜੀ ਤੋਂ ਅਗਲੀ ਕੜੀ ਅੱਜ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਨ। ਸੋ ਉਹਨਾਂ ਨੂੰ ਬੇਨਤੀ ਹੈ ਕਿ ਅੱਜ ਦੀ ਵਿਚਾਰ ਆਰੰਭ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਵਾਰੇ ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰ ਰਹੇ ਸਤ ਸੰਗੀਓ, ਆਪ ਸਾਰਿਆਂ ਨੂੰ ਗੁਰਮਤਿ ਕਲਾਸ ਵਿੱਚ ਜੀ ਆਇਆਂ। ਅਕਾਲ ਪੁਰਖ ਤੋਂ ਵਿਛੜ ਕੇ ਕੀਤੇ ਹੋਏ ਸੰਸਕਾਰਾਂ ਮੁਤਾਬਕ ਦੁਨੀਆ ਵਿੱਚ ਭਟਕਦਾ ਹੈ, ਪਰ ਕਰਤਾਰ ਦੀ ਬਖਸ਼ਿਸ਼ ਹੋਵੇ ਤਾਂ ਮਨੁੱਖਾ ਦੇਹੀ ਪ੍ਰਾਪਤ ਹੁੰਦੀ ਹੈ। ਮਨੁੱਖਾ ਦੇਹੀ ਵਿੱਚ ਜੇ ਕਿਤੇ ਗੁਰੂ ਦਾ ਮਿਲਾਪ ਹੋ ਜਾਏ ਤਾਂ ਇਹ ਜੀਵਨ ਦਾ ਸਫ਼ਰ ਸੁਹਾਵਣਾ ਬਣ ਜਾਂਦਾ ਹੈ। ਇਹ ਮਿਲਾਪ ਕਾਫੀ ਨਹੀਂ, ਫਿਰ ਸਤਿਗੁਰ ਤੇ ਕਰਨੀ ਕਮਾਣੀ ਵਾਲੀ ਅਵਸਥਾ ਵਿੱਚੋਂ ਗੁਜ਼ਰਨਾ ਪੈਂਦਾ ਹੈ। ਜੋ ਗੁਰ ਕਹੇ ਸੋਈ ਭਲ ਮਾਨੋ, ਹੁਕਮ ਰਜ਼ਾਈ ਚੱਲਣਾ, ਇਹ ਵਿਖੜਾ ਪਿੰਡੇ ਦੇ ਵਿੱਚੋਂ ਆਪਣੇ ਕਦਮਾਂ ਨੂੰ ਪਾਰ ਕਰਨਾ ਪੈਂਦਾ ਹੈ। ਇਸ ਪਿੰਡੇ ਨੂੰ ਸੁਖਾਣਾ ਬਣਾਉਣ ਲਈ ਗੁਰੂ ਨੇ ਸਾਨੂੰ ਸਤ ਸੰਗਤ ਦੀ ਬਖਸ਼ਿਸ਼ ਕੀਤੀ। ਸੰਗਤ ਵਿੱਚ ਸ਼ਬਦ ਦੇ ਨਾਲ ਆਪਣੀ ਸੁਰਤ ਵਿੱਚ ਸ਼ਬਦ ਨੂੰ ਵਸਾਉਣਾ, ਸ਼ਬਦ ਗੁਰੂ ਸੁਰਤ ਧੁਨ ਚੇਲਾ ਦੇ ਉਹਨਾਂ ਮਹਾਵਾਕਾਂ ਅਨੁਸਾਰ ਆਪਣੇ ਜੀਵਨ ਨੂੰ ਜਿਉਣਾ। ਇਸ ਸਫ਼ਰ ਵਿੱਚ ਤੁਰਦਿਆਂ ਤੁਰਦਿਆਂ ਜੀਵਨ ਸਫ਼ਰ ਸੁਖਾਲਾ ਨਹੀਂ ਹੈ। ਰਸਤੇ ਵਿੱਚ ਫਿਰ ਕੇ ਔਖੀਆਂ ਘਾਟੀਆਂ ਵੀ ਆਉਂਦੀਆਂ ਹਨ। ਆਪਣੇ ਬੋਲੇ ਹੋਏ ਬੋਲ ਸੱਚ ਹੋ ਜਾਣੇ, ਅਰਦਾਸ ਦੀ ਪੂਰਤੀ ਹੋ ਜਾਣੀ, ਰਿਧੀਆਂ ਸਿੱਧੀਆਂ ਆਦਿ ਤਾਕਤ ਆ ਜਾਣੀ ਆਮ ਬਾਤ ਹੈ। ਪਰ ਅਗਰ ਮਨੁੱਖ ਇਸੇ ਹੀ ਦੌੜ ਵਿੱਚ ਫਸਿਆ ਰਿਹਾ, ਫਿਰ ਆਪਣੇ ਜੀਵਨ ਦੇ ਸਫ਼ਰ ਨੂੰ ਪੂਰਾ ਨਹੀਂ ਕਰ ਸਕੇਗਾ। ਔਰ ਬਤਾਹਤ ਲੁਕਾਈ ਇੱਥੇ ਤੋਂ ਹੀ ਸਭ ਕੁਝ ਸਮਝ ਬੈਠਦੀ ਹੈ। ਬਸ ਇਹੋ ਹੀ ਅਖੀਰਲਾ ਕਿਨਾਰਾ ਨਜ਼ਰ ਆਉਂਦਾ ਹੈ। ਪਰ ਨਹੀਂ, ਇਸ ਆਈ ਹੋਈ ਤਾਕਤ ਸ਼ਕਤੀਆਂ ਵਿੱਚੋਂ ਵੀ ਮਨੁੱਖ ਆਪਣੇ ਆਪ ਦੀ ਪਹਿਚਾਣ ਰੱਖੇ ਤੇ ਗੁਰੂ ਅੱਗੇ ਪ੍ਰਾਰਥਨਾ ਬੇਨਤੀ ਕਰਦਾ ਰਹੇ, ਫਿਰ ਗੁਰੂ ਦੀ ਕਿਰਪਾ ਨਾਲ ਲਿਵ ਜੁੜਦੀ ਹੈ। ਲਿਵ ਜਦੋਂ ਲੱਗਦੀ ਹੈ, ਅੰਦਰ ਚਾਉ ਪੈਦਾ ਹੁੰਦਾ ਹੈ, ਨਿਰਮਲ ਭਾਵ ਪੈਦਾ ਹੁੰਦਾ ਹੈ, ਤੇ ਫਿਰ ਉਸ ਨਾਲ ਪ੍ਰੀਤ ਦੀ ਗੰਢ ਪੱਕੀ ਹੋ ਜਾਂਦੀ ਹੈ। ਜਦੋਂ ਪ੍ਰੀਤ ਦੀ ਗੰਢ ਪੱਕੀ ਹੋ ਜਾਏ, ਫਿਰ ਦਰਸ਼ਨਾਂ ਦੀ ਤਾਂਘ ਅੰਦਰ ਪੈਦਾ ਹੁੰਦੀ। ਦਰਸ਼ਨ ਪਿਆਸ, ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋ, ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕੈ ਤਾਈ, ਫਿਰ ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈ, ਬਿਰਖ ਕਰੇ ਚਾਤਰਕ ਕੀ ਨਿਆਈ। ਬਸ ਇਹ ਅਵਸਥਾ 'ਚ ਚਲਾ ਜਾਂਦਾ। ਦਰਸ਼ਨ ਪਿਆਸੀ ਦਿਨ ਰਾਤ ਚੇਤੂ ਅੰਦਰ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਇੱਥੇ ਪਹੁੰਚ ਜਾਂਦਾ ਹੈ। ਇੱਥੇ ਤੱਕ ਕੁਝ ਵਿਚਾਰਾਂ ਅਸੀਂ
ਪਹਿਲਾਂ ਕਰ ਚੁੱਕੇ ਹਾਂ। ਅੱਜ ਇਸ ਤੋਂ ਅੱਗੇ ਅਗਲੀ ਵਿਚਾਰ ਆਪਾਂ ਸ਼ੁਰੂ ਕਰਾਂਗੇ, ਜੋ ਇਸ ਮੰਜ਼ਿਲ ਦੀ, ਇਸ ਸਫ਼ਰ ਦੀ, ਮੰਜ਼ਿਲ ਤੇ ਪਹੁੰਚਣ ਦੇ ਇਸ ਸਫ਼ਰ ਦੀ ਲਗਭਗ ਆਖਰੀ ਪੜਾਵਾਂ ਦੇ ਅਸੀਂ ਨੇੜੇ ਹੁੰਦੇ ਜਾਂਦੇ ਹਾਂ। ਮਨੁੱਖੀ ਹਿਰਦੇ ਵਿੱਚ ਸੱਚੀ ਪ੍ਰੀਤ ਪੈਦਾ ਹੋਣ ਤੋਂ ਬਾਅਦ ਦਿਨ ਰਾਤ ਪਿਆਰੇ ਦੇ ਦਰਸ਼ਨਾਂ ਲਈ ਅਰਜ਼ੋਈਆਂ ਕਰਨ ਵਾਲਾ ਪੁਰਖ ਦਾ ਜੀਵਨ ਇੱਕ ਲਗਨ ਦਾ ਧਾਰਨੀ ਹੋਣ ਕਰਕੇ ਸਮਝੋ ਉਸ ਦੇ ਨੇੜੇ ਹੋ ਜਾਂਦਾ ਹੈ, ਜਾਂ ਇਹ ਕਹਿ ਲਈਏ ਉਸ ਨੂੰ ਬੰਧਨਾਂ ਤੋਂ ਛੁਟਕਾਰਾ ਮਿਲਦਾ ਹੈ। ਦੂਜੇ ਲਫ਼ਜ਼ਾਂ ਵਿੱਚ ਭਾਰਤੀ ਸਮਾਜ ਵਿੱਚ ਇਹ ਲਫ਼ਜ਼ ਮੁਕਤੀ ਦਾ ਵਰਤਿਆ ਜਾਂਦਾ ਹੈ। ਮੁਕਤ ਸ਼ਬਦ ਦਾ ਅਰਥ ਹੈ ਕੋਈ ਅੰਦਰੂਨੀ ਪਕੜ ਨਾ ਹੋਣੀ, ਅੰਦਰੂਨੀ ਪਕੜ ਤੋਂ ਉੱਪਰ ਉੱਠ ਜਾਣਾ। ਤਿਆਗ ਅਸਲ ਵਿੱਚ ਅੰਦਰੋਂ ਹੁੰਦਾ ਹੈ। ਦੁਨੀਆ ਦਾ ਤਿਆਗ ਬਾਹਰ ਦਾ ਤਿਆਗ ਬਣ ਕੇ ਜੇ ਅੰਦਰ ਦੀ ਪਕੜ ਉਸੇ ਤਰ੍ਹਾਂ ਹੀ ਬਣੀ ਰਹੀ, ਉਸੇ ਤਰ੍ਹਾਂ ਹੀ ਚੱਲਦੀ ਰਹੀ, ਤਾਂ ਫਿਰ ਅਸਲ ਵਿੱਚ ਅਸਲ ਤਿਆਗੀ ਨਹੀਂ ਹੋ ਸਕਦਾ, ਉਹ ਤਿਆਗਵਾਨ ਨਹੀਂ ਹੈ। ਇਹੋ ਜਿਹੇ ਲੋਕ ਤਾਂ ਕੇਵਲ ਤਨ ਕਰਕੇ, ਸਰੀਰ ਕਰਕੇ ਵੇਖਣ ਨੂੰ ਤਾਂ ਤਿਆਗੀ ਲੱਗਦੇ ਹਨ, ਪਰ ਮਨ ਕਰਕੇ ਉਹ ਸਭ ਤੋਂ ਪਿੰਡੀ ਜੀ ਪਕੜ ਵਾਲੇ ਹੁੰਦੇ ਹਨ। ਇਹੋ ਹੀ ਹਾਲ ਸਾਡੇ ਸਮਾਜ ਦਾ ਹੈ। ਵੱਡੇ ਵੱਡੇ ਦੇ ਬੜੇ ਹੋਏ ਡੇਰੇਦਾਰ, ਪਾਈਆਂ ਹੋਈਆਂ ਚਿੱਟੀਆਂ ਚੋਲੇ, ਚਿੱਟੇ ਹੋਏ ਚੋਲੇ, ਬੰਨੀਆਂ ਹੋਈਆਂ ਚਿੱਟੀਆਂ ਦਸਤਾਰਾਂ ਗੋਲ ਕਰਕੇ ਦੇਖਣ ਨੂੰ ਤਾਂ ਬੜੇ ਧਰਮੀ ਲੱਗਦੇ ਨੇ। ਇਉਂ ਲੱਗਦਾ ਜਿਵੇਂ ਸਭ ਕੁਝ ਤਿਆਗ ਦਿੱਤਾ ਹੋਵੇ, ਪਰ ਘਰ ਤੋਂ ਖਾਲੀ ਹੱਥ ਨਿਕਲਿਆ ਸੀ ਤੇ ਹਜ਼ਾਰਾਂ ਏਕੜਾਂ ਦਾ ਮਾਲਕ ਬਣ ਕੇ ਬੈਠ ਗਿਆ। ਕੀ ਇਹ ਪਕੜ ਤੋਂ ਉੱਪਰ ਉੱਠ ਗਿਆ ਹੈ? ਇੱਕ ਸਵਾਲ ਜਰਾ ਆਪਣੇ ਮਨ ਨੂੰ ਕਰਕੇ ਦੇਖੀਏ। ਪਕੜ ਉਹ ਨਹੀਂ ਹੈ ਜਿਹੜੀ ਅਸੀਂ ਸਮਝ ਬੈਠੇ ਹਾਂ। ਅਸੀਂ ਦੁਨੀਆ ਦੇ ਬਾਹਰਲੇ ਰੂਪ ਨੂੰ ਪਕੜ ਸਮਝ ਲਿਆ ਹੈ, ਤਿਆਗ ਸਮਝ ਲਿਆ ਹੈ, ਮੁਕਤ ਸਮਝ ਲਿਆ ਹੈ। ਅਸਲ ਵਿੱਚ ਮੁਕਤ ਉਹ ਹੈ, ਅਸਲ ਵਿੱਚ ਤਿਆਗੀ ਉਹ ਹੈ ਜੋ ਘਰ ਨਹੀਂ ਤਿਆਗਦਾ, ਮਾਇਆ ਤਿਆਗਦਾ ਹੈ। ਜਦੋਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਸਾਧੂ ਰਮਦਾਸ ਨੂੰ ਮਿਲੇ, ਸਤਿਗੁਰ ਦੇ ਨਾਲ ਲਸ਼ਕਰਾਂ ਨੂੰ ਦੇਖਿਆ, ਫੌਜਾਂ ਨੂੰ ਦੇਖਿਆ ਤੇ ਸਵਾਲ ਕਰ ਦਿੱਤਾ, गुरु नानक का एक उदासी था, पर आप तो ये लाओ लश्कर से घूम रहे हैं। उन्हें सवाल किया। गुरु पातशाह जी ने मोड़वा जवाब दिता, साधु रामदास, गुरु नानक ने माया त्यागी सी, संसार नहीं सी त्याग्या। गुरु नानक ने माया त्यागी सी, संसार नहीं सी त्याग्या। बस इहो ही फर्क है समझण दा। ਅੱਜ ਦੇ ਸਾਧੂ ਸੰਸਾਰ ਤਿਆਗਣ ਦੀ ਗੱਲ ਤਾਂ ਕਰਦੇ ਹਨ, ਮਾਇਆ ਦੀ ਤਿਆਗ ਦੀ ਗੱਲ ਕੋਈ ਨਹੀਂ ਕਰਦਾ। ਪ੍ਰਚਾਰਕ ਵੀ ਸੰਸਾਰ ਤੋਂ ਉਪਰਾਮ ਹੋਣ ਦੀ ਗੱਲ ਕਰਦੇ ਹਨ, ਲੇਕਿਨ ਆਪ ਡਾਲਰਾਂ ਦੀ ਗਿਣਤੀ ਵਿੱਚ ਹੀ ਫਸੇ ਰਹਿੰਦੇ ਹਨ। ਹਾਲਾਤ ਕੁਛ ਇਹੋ ਜਿਹੀ ਹੈ। ਲੋਕਾਂ ਦਾ ਤਿਆਗ ਜਾਂ ਕਾਰੋਬਾਰ ਦਾ ਤਿਆਗ ਕਰ ਦੇਣਾ, ਜਾਂ ਕੋਈ ਪਹਿਰਾਵਾ ਤਿਆਗੀਆਂ ਵਾਲਾ ਪਹਿਲ ਲੈਣਾ, ਇਹ ਅਸਲ ਵਿੱਚ ਤਿਆਗ ਨਹੀਂ, ਬਲਕਿ ਇਹਨਾਂ ਵਿੱਚ ਰਹਿੰਦਾ ਹੋਇਆ ਸਭ ਕੁਝ ਮਾਣਦਾ ਹੋਇਆ, ਇਹਨਾਂ ਨੂੰ ਭੋਗਦਿਆਂ ਹੋਇਆ ਮਨ ਕਰਕੇ ਇਹਨਾਂ ਤੋਂ ਮੁਕਤ ਹੋ ਜਾਣਾ ਹੀ ਅਸਲੀ ਤਿਆਗ ਹੈ। ਮਨ ਕਰਕੇ ਇਹਨਾਂ ਤੋਂ ਮੁਕਤ ਹੋ ਜਾਣਾ ਹੀ ਅਸਲੀ ਤਿਆਗ ਹੈ। ਮਨ ਵਿੱਚ ਕਿਸੇ ਦੀ ਵੀ ਪਕੜ ਨਾ ਹੋਣੀ। ਜਦ ਤੱਕ ਇਹ ਮਨ ਆਪਣਿਆਂ ਦੀ ਪਕੜ ਵਿੱਚ ਹੈ, ਦੂਸਰਿਆਂ ਨਾਲ ਨਫ਼ਰਤ ਕਰਦਾ ਹੈ, ਉਦੋਂ ਤੱਕ ਇਹ ਕੰਮ ਔਖਾ ਹੈ। ਪਰ ਜਦੋਂ ਹਰ ਵਿੱਚ ਪਰਮੇਸ਼ਰ ਨਜ਼ਰ ਆਉਂਦਾ ਹੈ, ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ, ਫਿਰ ਇਸ ਅਵਸਥਾ ਤੇ ਜਾ ਪਹੁੰਚਦਾ ਹੈ। ਫਿਰ ਉਹਨੂੰ ਕੋਈ ਦੁਸ਼ਮਣ ਨਹੀਂ ਜਾਪਦਾ, ਨਾ ਕੋ ਦੁਸ਼ਮਣ ਦੁਖੀਆ, ਨਾ ਹੀ ਕੋ ਮੰਦਾ।
ना उनको दुश्मन जापता है, ना बंदा जापता है। जिसने अपने सतगुरु का उपदेश कमा के अपने सतगुरु की करनी कमाणी ते पूरा पहरा दे दिता, वो फिर जीवन मुक्त वाले पासे में कदम रख लेता है। सो मुक्ता संसार जे गुर उपदेशिया, इसकी गई बलाए मिटे अंदेसिया। सो मुक्ता संसार जिहड़ा गुरु के उपदेश को कमाउंदा है, वो मुक्त है। तिसकी गई बलाए मिटे अंदेसिया। ਉਹਦੇ ਸਾਰੇ ਭਰਮ ਵਹਿਮ ਸੰਸੇ ਸਭ ਦੂਰ ਹੋ ਜਾਂਦੇ ਹਨ। ਭੁਲੇਖਿਆਂ ਦੀ ਬਣੀ ਹੋਈ ਕੁੱਲੀ ਉੜ ਜਾਂਦੀ ਹੈ। ਸਭੇ ਉਡਾਨੀ ਭਰਮ ਕੀ ਟਾਟੀ, ਰਹੀ ਨਾ ਮਾਇਆ ਬਾਂਧੀ। ਅਜਿਹੇ ਜੀਵਨ ਮੁਕਤ ਪੁਰਸ਼ ਦੇ ਅੰਦਰ ਤਾਂ ਸਿਰਫ ਪ੍ਰਭੂ ਦੇ ਗੀਤ ਹੀ, ਪ੍ਰਭੂ ਦੇ ਗੁਣ ਹੀ ਚੱਲਦੇ ਰਹਿੰਦੇ ਹਨ। ਜਾਂ ਇਉਂ ਕਹਿ ਲਈਏ ਕਿ ਮਨ ਪਕੜ ਤੋਂ ਉੱਪਰ ਉੱਠ ਕੇ ਹੱਥ ਕਾਰ ਵੱਲ ਤੇ ਚਿੱਤ ਕਰਤਾਲ ਵੱਲ ਰਹਿੰਦਾ ਹੋਇਆ ਹਮੇਸ਼ਾ ਅੰਦਰ ਉਸ ਦੀ ਲਗਨ ਦੀ ਪਿਆਰ ਦੀ ਧੁਨ ਦੇ ਵਿੱਚ ਮਸਤ ਰਹਿੰਦਾ ਹੈ, ਧੁਨ ਵਿੱਚ ਲੱਗਾ ਰਹਿੰਦਾ ਹੈ। ਅੰਦਰੋਂ ਮਾਇਆ ਦਾ ਮੋਹ ਤੇ ਮਾਨ ਸਨਮਾਨ ਦੁਨੀਆ ਦਾ ਸਭ ਨਾਸ਼ ਹੋ ਜਾਂਦਾ ਹੈ। ਚਿੱਤ ਪ੍ਰਭੂ ਵਿੱਚ ਲੱਗ ਜਾਂਦਾ ਹੈ। ਗੁਰੂ ਉਪਦੇਸ਼ ਦੀ ਕਮਾਈ ਵਿੱਚੋਂ ਇਹ ਸਾਰਾ ਕੁਝ ਫਿਰ ਉਹਨੂੰ ਪ੍ਰਾਪਤ ਹੋ ਜਾਂਦਾ ਹੈ। ਤਜ ਅਭਿਮਾਨ ਮੋਹ ਮਾਇਆ ਹੁਣ ਭਜਨ ਰਾਮ ਚਿਤ ਲਾਵੋ, ਨਾਨਕ ਕਹਿਤ ਮੁਕਤ ਪੰਥ ਇਹ ਗੁਰਮੁਖ ਹੋਏ ਤੁਮ ਪਾਵੋ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਬੋਲ ਹਨ। जिस पुरख ने अपने जिਉਂਦੇ जी मुक्ति हासिल नहीं की, गुरु के प्यार वालियो, उसनों कदी मरण तो बाद भी मुक्ति नहीं मिलती। भुलेखे विच ना रहना। जिस पुरख ने जिਉਂਦੇ जी मुक्ति प्राप्त नहीं की, बंधना तो छुटकारा नहीं पाया, मत आस रखना कि मरण तो बाद ਉਹਦੇ ਲਈ ਕੋਈ ਸਵਰਗ ਘੜ ਕੇ ਰੱਖਿਆ ਹੋਇਆ, ਉਹਦੇ ਲਈ ਕੋਈ ਹੋਰਾਂ ਪਰੀਆਂ ਡਾਂਸ ਕਰਦੀਆਂ ਰੱਖੀਆਂ ਹੋਣਗੀਆਂ, ਉੱਥੇ ਜਦੋਂ ਉਸ ਨੂੰ ਕਈ ਸੁੱਖ ਮਿਲਦੇ ਹੋਣਗੇ। ਇਹ ਭੁਲੇਖਾ ਬਹੁਤ ਵੱਡਾ ਹੈ। ਧਰਮ ਦੀ ਦੁਨੀਆ ਨਾਲ ਵਿੱਚ ਵਿਚਰਦਿਆਂ ਹੋਏ ਇੱਕ ਵੱਡਾ ਧੋਖਾ ਹੈ, ਵੱਡਾ ਧੋਖਾ ਹੈ ਕਿ ਕਿਤੇ ਇਸ ਭੁਲੇਖੇ ਵਿੱਚ ਬਹਿ ਕੇ ਆਪਣੀ ਜ਼ਿੰਦਗੀ ਨੂੰ ਬਰਬਾਦ ਨਾ ਕਰ ਬੈਠੀਏ। ਜਿਸ ਮਨੁੱਖ ਨੇ ਜਿਉਂਦੇ ਜੀ ਮੁਕਤੀ ਹਾਸਲ ਨਹੀਂ ਕੀਤੀ, ਉਹਨੂੰ ਕਦੇ ਵੀ ਮੁਕਤੀ ਨਹੀਂ ਮਿਲ ਸਕਦੀ। ਮੁੱਕਦੀ ਗੱਲ ਇਹ ਹੈ। ਮੁਕਤ ਪਦ ਉਦੋਂ ਤੱਕ ਮੁਕਤ ਪਦ ਤੱਕ ਮਨੁੱਖ ਉਦੋਂ ਤੱਕ ਪਹੁੰਚਦਾ ਹੈ ਜਿਹੜਾ ਪਹਿਲਾਂ ਜੀਵਨ ਮੁਕਤ ਹੋ ਜਾਂਦਾ ਹੈ। ਜੀਵਨ ਮੁਕਤ ਹੋ ਜਾਏ ਫਿਰ ਜਨਮ ਮਰਨ ਤੋਂ ਛੁਟਕਾਰਾ ਹੈ। ਫਿਰ ਜਨਮ ਮਰਨ, ਫਿਰ ਗਰਭ ਨਾਲ ਧੋਖਾ ਹੈ, ਫਿਰ ਹੈ। ਪਹਿਲਾਂ ਜਿਉਂਦਿਆਂ ਜੀ ਮੁਕਤੀ ਦੀ ਗੱਲ ਕਰਨੀ ਪਏਗੀ। ਮਨੁੱਖ ਦੀ ਮੰਜ਼ਿਲ ਜਿਉਂਦਿਆਂ ਜੀ ਮੁਕਤ ਹੋਣਾ ਹੈ। ਮੈਂ ਬੇਨਤੀ ਕਰਦਾ, ਮਨੁੱਖ ਦੀ ਮੰਜ਼ਿਲ ਮਰਨ ਤੋਂ ਬਾਅਦ ਮੁਕਤੀ ਭਾਲਣ ਦੀ ਨਹੀਂ ਹੈ। मरे हुए जो मुक्त जियोगे, मुक्त ना जाने कोयला, पंडिया मुकुट कहते हैं। बाबा की करनी मैं हो जी मुक्ति, पांडे तो मेरा मजाक उड़ाते ने। मरण तो बाद तू दे भी दवे तो वैल्यू की है, कीमत की है? नहीं, जिਉਂਦਿਆਂ मुक्त कर, जिਉਂਦਿਆਂ मुक्त कर। गुरु अगे यो ही बेनती है, यो ही अरदास है। जीवन मुक्ति की घालना बड़ी औखी है, विखम है, पर प्रभु प्रीतवान होके, जदों प्रभु दे प्रीतवान होके हिरदा जदों उस प्यारे दे दर्शनां दा प्यासा हो जाता है, उस लिए घालना सुखैन हो जाती है। औखी है, सौखी नहीं। ये तो सिल अलूनी चटनी है, आम बात नहीं है। ख्याल करना, गल्लां करनियां सौखियां ने, पर अलूनी सिल चटनी हर बंदे का काम नहीं है। अलूनी सिल नूं कोई बिरला बिरला ही चटदा है। ये गुरसिੱਖੀ नूं कमाउणा सौखी बात की घाटी नहीं है। गुरसिੱਖੀ नूं कमाउणा अलूनी सिट चलन दे बराबर है। ये खन्निओ तिखी वालो निक्की, ये तो मार्ग सियाणा दी गल है। ये कोई सौखी घाटी नहीं है।
ਪਰ ਜਦੋਂ ਹਿਰਦਾ ਪਿਆਰੇ ਦੇ ਪਿਆਰ ਦੇ ਪ੍ਰੀਤਮ ਦੇ ਦਰਸ਼ਨਾਂ ਲਈ ਤੜਫੜ ਗਏ, ਅੰਦਰ ਤੜਫੜ ਲੱਗ ਜਾਏ, ਫਿਰ ਉਹਦੇ ਲਈ ਇਹ ਘਾਲਣਾ ਖੈਰ ਹੋ ਜਾਂਦੀ ਹੈ। ਜਦੋਂ ਹਿਰਦੇ ਦੇ ਤੜਫ ਪੈਦਾ, ਕਿਉਂਕਿ ਉਹ ਆਪ ਨਹੀਂ ਫਿਰ ਉਹਦੇ ਕੋਲੋਂ ਪਿਆਰਾ ਆਪ ਹੀ ਛੁਡਾ ਲੈਂਦਾ ਹੈ। ਦੁਨੀਆ ਦੇ ਮੋਹ ਬੰਧਨ ਫਿਰ ਆਪ ਨਹੀਂ ਛੱਡਦਾ। ਜਦੋਂ ਇਹ ਪਿਆਰੇ ਦਾ ਹੋ ਗਿਆ, ਪਿਆਰਾ ਇਹਦਾ ਹੋ ਗਿਆ। ਜਦੋਂ ਇਹ ਗੁਰੂ ਦਾ ਹੋ ਗਿਆ, ਗੁਰੂ ਇਹਦਾ ਹੋ ਗਿਆ। ਫਿਰ ਗੁਰੂ ਆਪ ਕਰਕੇ ਇਹਦੇ ਬਾਹਿਆ ਦੇ ਬੰਦੇ ਹੋਏ ਮਾਇਕ ਬੰਧਨਾਂ ਨੂੰ ਇਦੋਂ ਛੁਟਕਾਰਾ ਦਿਵਾਉਂਦਾ ਹੈ ਤੇ ਉਸ ਨੂੰ ਹੋਰ ਕੁਝ ਪਾਉਂਦਾ ਹੀ ਨਹੀਂ। ਉਹ ਅੱਕੀ ਸਭ ਕੁਝ ਤਾਂ ਉਸਨੂੰ ਜ਼ਹਿਰ ਨਜ਼ਰ ਚੀਜ਼ ਆਉਂਦੀ ਹੈ, ਵਿਸ ਲੱਗਦੀ ਹੈ। ਫਿਰ ਤਾਂ ਉਹ ਇੱਕੋ ਹੀ ਗੱਲ ਕਰਦਾ ਹੈ, ਕਰਵਤ ਭਲਾ ਨਾ ਕਰਵੜ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹੋ ਵਾਰੀ ਮੁਖ ਫੇਰ ਪਿਆਰੇ, ਕਰਵੜ ਦੇ ਮੋਕੋ ਕਾਹੇ ਕੋ ਮਾਰੇ। ਜੋ ਤਨ ਚੀਰੇ ਅੰਗ ਨਾ ਮੋਰੂ, ਪਿੰਡ ਪਰੇ ਤੋ ਪ੍ਰੀਤ ਨਾ ਪੂਰੂ। ਫਿਰ ਤਾਂ ਇਹ ਗੱਲਾਂ ਕਰਦਾ ਹੈ। ਫਿਰ ਉਹ ਕਹਿੰਦਾ ਹੈ, ਇੱਕ ਚੀਜ਼ ਮੁਝੇ ਦੇ ਅਵਰ ਜ਼ਹਿਰ ਚੀਜ਼ ਨਾ ਪਾਇਆ। ਉਹ ਮੇਰੇ ਮਾਲਕਾ, ਮੈਨੂੰ ਇੱਕ ਆਪਣੇ ਨਾਮ ਦੀ ਦਾਤ ਮੇਰੀ ਝੋਲੀ ਵਿੱਚ ਪਾ ਦੇ। ਬਾਕੀ ਚੀਜ਼ਾਂ ਵਿਖ ਹਨ ਬਾਬਾ, ਵਿਖ ਦੇਖਿਆ ਸੰਸਾਰ ਹੈ, ਉਹ ਮੈਨੂੰ ਵਿਖ ਜਾਪਦੀਆਂ ਹਨ। ਤੂੰ ਮੇਰੀ ਝੋਲੀ ਵਿੱਚ ਇੱਕ ਨਾਮ ਦੀ ਚੀਜ਼ ਪਾ, ਇੱਕ ਨਾਮ ਦੀ ਦਾਤ ਪਾ, ਇਸ ਅੰਮ੍ਰਿਤ ਨਾ ਭਰ। ਪਰ ਦੂਜੇ ਪਾਸੇ ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਕਤ ਕੀ ਬਿਦ ਨੈਣੋ ਡਿੱਠੀ। ਦੂਜਾ ਪਾਸਾ ਇਹ ਹੈ। ਪਰ ਜੀਵਨ ਦੀ ਯਾਤਰਾ ਵਿੱਚ ਜਦੋਂ ਮਨੁੱਖ ਇਸ ਅਵਸਥਾ ਤੇ ਆ ਕੇ ਪਹੁੰਚਦਾ ਹੈ, ਅਜਿਹੇ ਪੁਰਖ ਦੀ ਫਿਰ ਜ਼ਿੰਦਗੀ, ਇਸੇ ਮਨੁੱਖ ਦੀ ਜ਼ਿੰਦਗੀ ਫਿਰ ਪ੍ਰਭੂ ਦੀ ਆਗਿਆ ਵਿੱਚ ਹੀ ਗੁਜ਼ਰਦੀ ਹੈ। ਪ੍ਰਭੂ ਜੀ ਦੀ ਆਗਿਆ ਵਿੱਚ ਤੁਰਨਾ ਹੀ ਉਹਨੂੰ ਚੰਗਾ ਲੱਗਦਾ ਹੈ। ਹੁਕਮ ਰਜਾਈ ਬੰਦਾ ਬਣ ਕੇ ਹੀ ਜਿਉਣਾ ਉਹਦੀ ਜ਼ਿੰਦਗੀ ਦਾ ਮਨੋਰਥ ਹੈ। ਉਹਨੂੰ ਨਾ ਖੁਸ਼ੀਆਂ ਦੀ ਪਕੜ ਹੈ, ਨਾ ਹੀ ਕਿਸੇ ਗਮ ਦਾ ਡਰ ਹੈ, ਨਾ ਜੀਵਨ ਦੀ ਖੁਸ਼ੀ, ਨਾ ਮੌਤ ਦਾ ਡਰ। ਉਹਦੀ ਜ਼ਿੰਦਗੀ ਤਾਂ ਇਹੋ ਜਿਹੀ ਬਣ ਜਾਂਦੀ ਹੈ। ਜ਼ਿੰਦਗੀ ਅੰਦਰ ਕੇਵਲ ਤੇ ਕੇਵਲ ਖੇੜਾ ਤੇ ਆਨੰਦ ਬਣ ਜਾਂਦਾ ਹੈ। ਜਿਸ ਨੇ ਦੁਨੀਆ ਦੀ ਪਕੜ ਛੱਡ ਦਿੱਤੀ, ਉਸ ਲਈ ਫਿਰ ਮਿੱਟੀ ਤੇ ਸੋਨਾ ਬਰਾਬਰ ਹੋ ਗਿਆ। ਜਿਸ ਨੇ ਦੁਨੀਆ ਦੀ ਪਕੜ ਛੱਡ ਦਿੱਤੀ, ਪਕੜ ਹੀ ਤਾਂ ਮਿੱਟੀ ਸੋਨੇ ਦਾ ਫਰਕ ਦੱਸਦੀ ਹੈ। ਤੇ ਪਕੜ ਹੈ ਸੰਸਾਰ ਦੀ, ਜੋ ਮਿੱਟੀ ਤੇ ਸੋਨੇ ਦੇ ਸਾਨੂੰ ਫਰਕ ਨਜ਼ਰ ਆਉਂਦਾ ਹੈ। ਪਰ ਜਿਸ ਨੇ ਦੁਨੀਆ ਦੀ ਪਿਆਰਿਓ ਪਕੜ ਛੱਡ ਦਿੱਤੀ, ਫਿਰ ਉਸ ਨੂੰ ਮਿੱਟੀ ਤੇ ਸੋਨੇ 'ਚ ਕੋਈ ਫਰਕ ਨਜ਼ਰ ਨਹੀਂ ਆਉਂਦਾ। ਉਹ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇਹਰ ਭੈ ਨਹੀਂ ਜਾਕੇ, ਕੰਚਨ ਮਾਟੀ ਮਾਨੇ। ਨਹੀਂ ਨਿੰਦਿਆ ਨਾ ਉਸਤ ਜਾ ਕੇ, ਲੋਭ ਮੋਹ ਅਭਿਮਾਨਾ, ਹਰਕ ਸੋ ਤੇ ਰਹੇ ਨਿਆਰਿਓ, ਨਾ ਹੈ ਮਾਨ ਅਪਮਾਨਾ। ਉਹਦੀ ਅਵਸਥਾ ਤੇ ਇੱਥੇ ਪਹੁੰਚ ਜਾਂਦੀ ਹੈ। ਉਹਦੇ ਲਈ ਅੰਮ੍ਰਿਤ ਜ਼ਹਿਰ ਦਾ ਕੋਈ ਫਰਕ ਨਹੀਂ ਹੈ। ਉਹਦੀ ਸਭ ਚੀਜ਼ਾਂ ਮਿੱਠੀਆਂ ਹਨ। ਉਸ ਨੂੰ ਇਸ ਵਿੱਚ ਕੋਈ ਫਰਕ ਨਜ਼ਰ ਨਹੀਂ ਆਉਂਦਾ। ਦੁਨੀਆ ਦੇ ਮਾਨ ਅਭਿਮਾਨ ਜਦ ਤੱਕ ਬਣੇ ਹੋਏ ਹਨ, ਉਦੋਂ ਤੱਕ ਮਨੁੱਖ ਦੀ ਇਸ ਦ੍ਰਿਸ਼ਟੀ ਵਿੱਚ ਵੀ ਕਦੀ ਸਮਦ੍ਰਿਸ਼ਟੀ ਨਹੀਂ ਆ ਸਕਦੀ। ਮਨੁੱਖ ਦੀ ਦ੍ਰਿਸ਼ਟੀ ਵਿੱਚ ਵੀ ਸਮਦ੍ਰਿਸ਼ਟੀ ਨਹੀਂ ਆ ਸਕਦੀ ਜਦ ਤੱਕ ਦੁਨੀਆ ਦਾ ਮਾਨ ਅਭਿਮਾਨ ਬਣਿਆ ਹੋਇਆ। ਕਿਉਂਕਿ ਮਾਨ ਅਭਿਮਾਨ ਮੰਦੇ ਸੋ ਸੇਵਕ ਨਹੀਂ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਨਿਰਣਾ ਕਰ ਦਿੱਤਾ ਕਿ ਮਾਨ ਤੇ ਅਭਿਮਾਨ ਦੇ ਵਿੱਚ ਫਸੇ ਹੋਏ ਨੂੰ ਸੇਵਕ ਦਾ ਦਰਜਾ ਦਿੱਤਾ ਹੀ ਨਹੀਂ ਜਾ ਸਕਦਾ। ਜਿਸਨੇ ਮਾਨ ਦੀ ਗੱਲ ਕੀਤੀ ਜਾਂ ਅਭਿਮਾਨ ਦੀ ਗੱਲ ਕੀਤੀ, ਗੁਰੂ ਪਾਤਸ਼ਾਹ ਜੀ ਨੇ ਕਮਾਲ ਦੀ ਜੀਵਨ ਜਾਂਚ ਸਾਡੀ ਝੋਲੀ ਵਿੱਚ ਪਾਈ ਹੈ। ਸਾਡੀ ਨਜ਼ਰਾਂ ਵਿੱਚ ਦੁਨੀਆ ਦੇ ਕਿਸੇ ਦੀ ਕਦਰ ਉਹਦੀ ਦੌਲਤ ਕਰਕੇ ਹੁੰਦੀ ਹੈ, ਉਹਦੇ ਧਨ ਕਰਕੇ ਹੁੰਦੀ ਹੈ, ਉਹਦੇ ਪਦਾਰਥਾਂ ਕਰਕੇ ਹੁੰਦੀ ਹੈ, ਉਹਦੇ ਰੁਤਬੇ ਕਰਕੇ ਹੁੰਦੀ ਹੈ, ਉਹਦੇ ਅਹੁਦੇ ਕਰਕੇ ਹੁੰਦੀ ਹੈ। ਧਨ ਜੇ ਜ਼ਿਆਦਾ ਹੋਵੇ ਤਾਂ ਅਸੀਂ ਉਹਨੂੰ ਜ਼ਿਆਦਾ ਸਿਆਣਾ ਵੀ ਸਮਝ ਲੈਂਦੇ ਹਾਂ ਤੇ ਫਲਾਣਾ ਬੜਾ ਸਿਆਣਾ ਹੈ, ਅਸੀਂ ਉਹਨੂੰ ਸਿਆਣਾ ਸਮਝਦੇ ਹਾਂ। ਜਿਸ ਕੋਲ ਦੁਨਿਆਵੀ ਧਨ ਨਹੀਂ, ਉਹਦੀ ਪਹਿਚਾਣ ਵੀ ਛੋਟੀ ਹੋ ਜਾਂਦੀ ਹੈ।
ਜਿਸ ਕੋਲ ਦਰਿਆਵੀ ਧਨ ਨਹੀਂ ਉਹਦੀ ਪਹਿਚਾਣ ਵੀ ਛੁੱਟੀ ਹੈ। ਲੋਕ ਉਹਨੂੰ ਕਮਲਾ ਹੀ ਕਹਿੰਦੇ ਨੇ, ਇਹਨੂੰ ਤਾਂ ਸਾਰੀ ਜ਼ਿੰਦਗੀ ਕੰਮ ਹੀ ਨਹੀਂ ਕਰਨਾ ਆਇਆ। ਲੋਕ ਉਹਨੂੰ ਕਮਲਾ ਕਹਿੰਦੇ ਨੇ, ਪਰ ਅਜਿਹਾ ਸਭ ਕੁਝ ਜੀਵਨ ਮੁਕਤੀ ਹਾਸਲ ਕਰ ਲੈਣ ਵਾਸਤੇ ਨਹੀਂ ਹੈ। ਖਿਆਲ ਕਰਨਾ, ਇਹ ਕੁਝ ਸੋਚ ਜੀਵਨ ਮੁਕਤ ਵਾਲੀ ਨਹੀਂ ਹੈ। ਜੀਵਨ ਮੁਕਤ ਲਈ ਤਾਂ ਰਾਜਾ ਵੀ ਆ ਜਾਏ ਤਾਂ ਕੋਈ ਉਚੇਚ ਕਰਨ ਦੀ ਲੋੜ ਨਹੀਂ, ਤੇ ਭਿਖਾਰੀ ਗਰੀਬ ਵੀ ਆ ਜਾਏ ਤੇ ਉਹਨੂੰ ਕੌੜੇ ਬੋਲ ਬੋਲਣ ਦੀ ਲੋੜ ਨਹੀਂ। ਨਿਰਾਦਰ ਨਹੀਂ ਕਰਦਾ, ਉਹਦਾ ਆਦਰ ਨਹੀਂ ਕਰਦਾ, ਉਹਦਾ ਨਿਰਾਦਰ ਨਹੀਂ ਕਰਦਾ। ਦੇਖੋ ਕਿੰਨੇ ਗੁਰੂ ਪਾਤਸ਼ਾਹ ਕਿਹੋ ਜਿਹੇ ਜੀਵਨ ਜਾਚ ਸਾਨੂੰ ਦੱਸਦੇ ਨੇ। ਗੁਰੂ ਸਾਹਿਬ ਤੇ ਕਹਿੰਦੇ ਭੂਪਤ ਸ਼ਬਦ ਸਚਾਰ ਕੇ ਝੂਠੇ ਕਰਤ ਦਿਵਾਜਾ, ਤੂੰ ਹਰ ਸਮਾਨ ਨਹੀਂ ਰਾਜਾ। ਉਹਦੇ ਹਰੀ ਵਰਗਾ ਰਾਜਾ ਕੌਣ ਹੈ? ਇਹ ਭੂਪਤ ਤੇ ਝੂਠੇ ਨੇ, 4 ਦਿਨ ਦੀ ਖੇਡ ਹੈ। ਪਰ ਜਦੋਂ ਦੂਜਾ ਆ ਜਾਂਦਾ ਹੈ, ਨਿਮਰਤਾ ਸੁਭਾਅ ਵਾਲਾ ਆ ਜਾਏ, ਉਹਨੂੰ ਪਿਆਰ ਕਰਦੇ, ਉਹਨੂੰ ਵੀ ਆਪਣੇ ਗਲੇ ਨਾਲ ਲਾ ਲੈਂਦੇ ਨੇ। ਇਤਿਹਾਸ ਵਿੱਚ ਬਹੁਤ ਸਾਰੀਆਂ ਸਾਖੀਆਂ ਆਉਂਦੀਆਂ ਨੇ ਵੀ ਇੱਕ ਗਰੀਬ ਸਿੱਖ ਗੁਰੂ ਦੇ ਦਰਸ਼ਨਾਂ ਨੂੰ ਆਇਆ, ਭੇਟਾ ਕਰਨ ਲਈ ਕੁਝ ਹੈ ਨਹੀਂ ਹੈ, ਕੇਵਲ ਇੱਕ ਗੁੜ ਦੀ ਢੇਲੀ, ਗੁੜ ਦੀ ਪੇਸੀ ਦੀ ਚੁੱਕ ਕੇ ਪੱਲੇ ਬੰਨ ਕੇ ਲੈ ਆਇਆ। ਜਿਸ ਸੰਗਤ ਵਿੱਚ ਆ ਕੇ ਮਨ ਨੇ ਅੰਦਰੋਂ ਝੋਰਾ ਖਾਦਾ, ਹਾਏ ਇੰਨਿਆਂ ਦੇ ਸਾਹਮਣੇ ਮੈਂ ਗੁਰੂ ਨੂੰ ਗੁੜ ਦੇਵਾਂਗਾ, ਗੁਰੂ ਅੱਗੇ ਗੁੜ ਦੀ ਭੇਟਾ ਕਰਾਂਗਾ। ਤੇ ਕਲਗੀਧਰ ਪਾਤਸ਼ਾਹ ਨੇ ਅਗਲੇ ਦਿਨ ਦੀਵਾਨ ਦੇ ਵਿੱਚ ਆਵਾਜ਼ ਮਾਰ ਕੇ ਕਿਹਾ, ਫਿਰਾਣਿਆ ਜੋ ਭੇਟਾ ਲੈ ਕੇ ਆਇਆ ਉਹ ਭੇਟ ਕਰ, ਤੇਰੀ ਇਸ ਭੇਟਾ ਨੂੰ ਅਸੀਂ ਕੱਲ ਦੇ ਇੰਤਜ਼ਾਰ ਕਰਦੇ ਹਾਂ। ਪਿਆਰ ਦੀ ਗੱਲ ਹੈ ਇੱਥੇ, ਗਰੀਬ ਨਿਰਾਦਰ ਦਾ ਉੱਚੇ ਜਾਂ ਨੀਵੇਂ ਦਾ ਮੁੱਲ ਨਹੀਂ, ਇੱਥੇ ਕੌਡੀਆਂ ਦਾ ਜਾਂ ਸੋਨੇ ਦਾ ਮੁੱਲ ਨਹੀਂ, ਇੱਥੇ ਤਾਂ ਪਿਆਰ ਦੀ ਗੱਲ ਹੈ, ਮੁਹੱਬਤ ਦੀ ਗੱਲ ਹੈ। ਇਹ ਮਾਰਗ ਮੁਹੱਬਤ ਦਾ ਹੈ, ਕਿਉਂਕਿ ਇਸ ਅਵਸਥਾ ਵਿੱਚ ਆ ਕੇ ਫਿਰ ਰਾਜਾ ਰੰਕ ਬਰਾਬਰ ਹੋ ਜਾਂਦੇ ਹਨ। ਅਜਿਹੀ ਅਵਸਥਾ ਜੀਵਨ ਮੁਕਤ ਦੀ ਹੈ। ਮਨ ਦੇ ਅਜਿਹੇ ਤਿਆਗ ਦਾ ਅਵਸਥਾ ਨੂੰ ਹੀ ਗੁਰੂ ਪਾਤਸ਼ਾਹ ਜੀ ਨੇ, ਗੁਰੂ ਅਰਜਨ ਦੇਵ ਮਹਾਰਾਜ ਨੇ ਸੁਖਮਣੀ ਦੀ ਬਾਣੀ ਵਿੱਚ ਬਿਆਨ ਕੀਤਾ। ਉਹ ਹੈ ਪ੍ਰਭ ਕੀ ਆਗਿਆ, ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਤੈਸਾ ਹਰਖ ਤੈਸਾ ਉਸੂਗ, ਸਦਾ ਆਨੰਦ ਤੈ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ। ਤੈਸਾ ਮਾਨ ਤੈਸਾ ਅਵਮਾਨ, ਤੈਸਾ ਰੰਕ ਤੈਸਾ ਰਜ਼ਾਨ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਇਹ ਹੈ ਜੀਵਨ ਮੁਕਤ ਦੀ ਕਹਾਣੀ, ਇਹ ਅਵਸਥਾ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਇਹੋ ਗੱਲ ਕਹੀ ਹੈ, ਹਰਖ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ। ਕਹੋ ਨਾਨਕ ਸੁਨਰੇ ਮਨਾ, ਮੁਕਤ ਤਾਹੇ ਤੈ ਜਾਨ। ਉਹਨੂੰ ਜਾਣ ਲੈ, ਕਿਹੜਾ ਕਿਹਨੂੰ ਜਾਣ? ਜੇ ਕਰ ਸਿਮਰਨ ਰਾਮ ਕੋ, ਸੋ ਨਰ ਮੁਕਤਾ ਜਾਨ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਸਲੋਕਾਂ ਚ ਆਉਂਦਾ ਨਾ ਮਤਲਬ, ਜੇ ਕਰ ਸਿਮਰਨ ਰਾਮ ਕੋ, ਸੋ ਨਰ ਮੁਕਤਾ ਜਾਨ। ਤੇ ਨਰ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਕੋਈ ਅੰਤਰ ਨਹੀਂ, ਜਿਸ ਅੰਤਰ ਪ੍ਰੀਤ ਲੱਗੇ ਸੋ ਮੁਕਤਾ। ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਹੈ ਮਾਝ ਰਾਗ ਦੇ ਵਿੱਚ, ਜਿਸ ਅੰਤਰ ਪ੍ਰੀਤ ਲੱਗੇ ਸੋ ਮੁਕਤਾ। ਇੰਦਰੀ ਵਸ ਸਚ ਸੰਜਮ ਜੁਗਤਾ। ਜਿਹੜਾ ਬੰਦਾ ਇੰਦਰੀਆਂ ਨੂੰ ਆਪਣੇ ਵਸ ਵਿੱਚ ਕਰ ਲੈਂਦਾ, ਉਹੀ ਉਹਨੂੰ ਜਿਹਨੂੰ ਇੰਦਰੀ ਵਸ ਕਰਨ ਦੀ ਜੁਗਤੀ ਆ ਜਾਂਦੀ ਹੈ। ਕਿ ਇਸ ਪਾਂਧੀਆਂ ਤੇ, ਇਸ ਪੰਧ ਤੇ ਤੁਰਨ ਵਾਲੇ ਪਾਂਧੀਆਂ ਨੇ ਕੁਝ ਹੋਰ ਗੱਲਾਂ ਵੀ ਬਿਆਨ ਕੀਤੀਆਂ ਹਨ। ਪਤਾ ਤਾਂ ਲੱਗਦਾ ਹੈ ਜੇ ਕਿਸੇ ਕੋਲ ਬੈਠ ਕੇ ਵੇਖੀਏ, ਜੇ ਗੁਰੂ ਕੋਲੋਂ ਪੁੱਛ ਕੇ ਦੇਖੀਏ, ਗੁਰੂ ਕੋਲ ਇਸ ਮਾਰਗ ਦਾ ਰਸਤਾ ਤਾਂ ਪੁੱਛ ਕੇ ਦੇਖੀਏ। ਉਹ ਕਹਿੰਦੇ ਨੇ ਜੀਵਨ ਅੰਦਰ 6 ਤਰ੍ਹਾਂ ਦੇ ਬੰਧਨ ਹਨ। ਸਭ ਤੋਂ ਪਹਿਲਾ ਬੰਧਨ ਮਾਇਆ ਦਾ ਹੁੰਦਾ ਹੈ। ਇਸ ਬੰਧਨ ਦੀ ਜੰਜੀਰ ਜਿਹੜੀ ਸੰਗਲੀ ਹੈ ਬਹੁਤ ਸਖਤ ਹੁੰਦੀ ਹੈ। ਮਾਇਆ ਕੀ ਜੇਬੜੀ ਜਿਹਨੂੰ ਕਹੇ,
ਦੇਵੀਦਰਸ ਜੰਜੀਰ ਸੰਗਲ ਇਹ ਬੜੇ ਹਾਰਡ ਨੇ। ਦੂਜਾ ਬੰਧਨ ਵਿਕਾਰਾਂ ਦਾ ਹੁੰਦਾ ਹੈ। ਤੀਜਾ ਬੰਧਨ ਲੋਕ ਲਾਜ ਦਾ ਹੁੰਦਾ ਹੈ। ਹਾਏ ਲੋਕੀ ਕੀ ਕਹਿਣਗੇ, ਲੋਕ ਮੈਨੂੰ ਕਹਿਣਗੇ, ਮੇਰੀ ਤਾਂ ਇੱਜ਼ਤ ਨਹੀਂ ਰਹਿਣੀ, ਮੇਰੀ ਤਾਂ ਸਮਾਜ ਵਿੱਚ ਪੱਤ ਨਹੀਂ ਰਹਿਣੀ। ਇਹ ਬੜਾ ਵੱਡਾ ਬੰਧਨ ਹੈ। ਚੌਥਾ ਬੰਧਨ ਲਾਲਸਾ ਭਾਵ ਮਨ ਦੀ ਪਕੜ ਦਾ ਹੈ। ਮੇਰੀ ਮੇਰੀ ਬਸ ਮੇਰੀ ਮੇਰੀ ਇਹ ਪਕੜ ਹੈ। ਇਹ ਚਾਰ ਹੀ ਤਰ੍ਹਾਂ ਦੇ ਬੰਧਨ ਗੁਰੂ ਜੀ ਹੌਲੀ ਹੌਲੀ ਫਿਰ ਤੋੜ ਦਿੰਦੇ ਹਨ। ਗੁਰੂ ਜੀ ਨਾਲ ਬੰਧਨਾਂ ਨੂੰ ਤੋੜ ਦਿੰਦੇ ਹਨ। ਇਸ ਤੋਂ ਅੱਗੇ ਬੰਧਨ ਹੈ ਜਿਹੜਾ ਲੇਖਾ ਜੋਖਾ ਦੀ ਗੱਲ ਕੀਤੀ ਜਾਂਦੀ ਹੈ। ਸਮਾਜ ਵਿੱਚ ਸੰਸਾਰ ਵਿੱਚ ਲੇਖੇ ਜੋਖੇ ਦੀ ਗੱਲ ਕੀਤੀ ਸੀ। ਜਮਦੂਤਾਂ ਦਾ ਲੇਖਾ, ਧਰਮਰਾਜ ਦਾ ਲੇਖਾ, ਜਨਮ ਮਰਨ ਤੇ 106ਵਾਂ ਲਾਸਟ ਬੰਧਨ ਹੈ ਜਨਮ ਮਰਨ ਦਾ ਬੰਧਨ। ਦੇਖੋ ਇਹ ਸਫ਼ਰ ਹੈ ਨਾ ਇੱਕ ਜੀਵਨ ਦਾ। ਮਾਇਆ ਤੋਂ ਚੱਲਿਆ, ਮਾਇਆ ਦੀ ਪਕੜ ਤੋਂ ਤੁਰਿਆ, ਇੱਕ ਬੰਧਨ ਸੀ ਜਿਹੜਾ ਬੜਾ ਸੰਦਨ ਜਦੋਂ ਇਹਦੀਆਂ ਜੰਜੀਰਾਂ ਨੂੰ ਟੁੱਟ ਗਈਆਂ ਫਿਰ ਵਿਕਾਰਾਂ ਦਾ ਬੰਧਨ ਸ਼ੁਰੂ ਹੋਇਆ। ਤੀਜਾ ਬੰਧਨ ਲੋਕ ਲਾਲਚ ਦਾ ਹੋਇਆ। ਚੌਥਾ ਬੰਧਨ ਲਾਲਸਾ ਦਾ ਮਨ ਦੀ ਪਕੜ ਦਾ ਹੋਇਆ। ਇਹ ਚਾਰੇ ਬੰਧਨ ਜਦੋਂ ਗੁਰੂ ਨੇ ਤੋੜ ਦਿੱਤੇ ਫਿਰ ਅਗਲਾ ਬੰਧਨ ਸੀ ਜਮਦੂਤਾਂ ਦਾ ਭਾਵ ਜੋ ਗੁਰਬਾਣੀ ਲਿਖੇ ਹੋਏ ਲਫ਼ਜ਼ਾਂ ਮੁਤਾਬਕ ਗੱਲ ਕਰਦੇ ਆ। ਉਹ ਬੰਧਨ ਸੀ ਜਮਦੂਤਾਂ ਦਾ ਜਿਨ੍ਹਾਂ ਦਾ ਜ਼ਿਕਰ ਬੜੀ ਵਾਰੀ ਗੁਰੂ ਸਾਹਿਬ ਜੀ ਨੇ ਕੀਤਾ। ਜਿਹੜੇ ਚੱਲ ਰਹੀਆਂ ਗੱਲਾਂ ਸਨ ਧਰਮ ਦੀ ਦੁਨੀਆ ਵਿੱਚ ਉਹਨਾਂ ਨੂੰ ਗੁਰੂ ਪਾਤਸ਼ਾਹ ਜੀ ਨੇ ਆਪਣੀ ਜਗ੍ਹਾ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ। ਤੇ ਅਗਲਾ ਬੰਧਨ ਸੀ ਜਨਮ ਮਰਨ ਫਿਰ ਗਰਭ ਨਾ ਤੁਖ ਦਾ, ਵੀ ਜਨਮ ਮਰਨ ਦਾ ਬੰਧਨ ਹੈ। ਤੇ ਸਤਿਗੁਰੂ ਕਹਿੰਦੇ ਨੇ ਜਦੋਂ ਸਤਿਗੁਰੂ ਸਿੱਖ ਦੀ ਪਾਲਣਾ ਨੂੰ ਆਪਣੇ ਜ਼ਿੰਮੇ ਵਿੱਚ ਲੈ ਲੈਂਦਾ ਹੈ, ਸਤਿਗੁਰੂ ਸਿੱਖੀ ਕਰੇ ਪ੍ਰਤਪਾਲ, ਜਦੋਂ ਉਹ ਕਿਤੇ ਆਪਣੇ ਜ਼ਿੰਮੇ ਲੈ ਲਵੇ ਫਿਰ ਕਰਦਾ ਕੀ ਹੈ ਸਤਿਗੁਰੂ? ਕਹਿੰਦੇ ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹੱਟ ਹੈ। ਸਤਿਗੁਰੂ ਫਿਰ ਸਾਰੇ ਪ੍ਰਕਾਰ ਦੇ ਬੰਧਨ ਕੱਟ ਦਿੰਦਾ ਹੈ। ਹੁਣ ਉਹ ਅਗਲੇ ਬੰਧਨਾਂ ਦੀ ਗੱਲ ਵੀ ਕਰ ਲਵਾਂ। ਗੁਰਬਾਣੀ ਅੰਦਰ ਜਿਹੜੇ ਬੰਧਨਾਂ ਦੀ ਗੱਲ ਕੀਤੀ, ਜਮਦੂਤਾਂ ਦੀ, ਧਰਮਰਾਜ ਦੀ, ਕਚਹਿਰੀ ਦਾ ਲੇਖਾ ਜੋਖਾ, ਜਨਮ ਤੇ ਦੂਜਾ ਜਨਮ ਮਰਨ ਦਾ, ਇਹਨਾਂ ਦੀ ਗੱਲ ਵੀ ਆਪਾਂ ਅੱਗੇ ਨੂੰ ਕਰ ਲਈਏ। ਜਦੋਂ ਜੀਵ ਸੰਸਾਰ ਵਿੱਚ ਆਉਂਦਾ ਨਾ ਇਹਦੇ ਕਰਮਾਂ ਦਾ ਲੇਖਾ ਜੋਖਾ ਸ਼ੁਰੂ ਹੋ ਜਾਂਦਾ ਹੈ। ਇਹ ਗੱਲ ਗੁਰਬਾਣੀ ਮੰਨਦੀ ਹੈ। ਇਹ ਗੁਰਬਾਣੀ ਨੇ ਬਾਰ-ਬਾਰ ਗੱਲ ਮੰਨੀ ਹੈ। ਅਸੀਂ ਮੰਨੀਏ ਜਾਂ ਨਾ ਮੰਨੀਏ, ਅਸੀਂ ਦਲੀਲਾਂ ਦੇ ਕੇ ਜੋ ਮਰਜ਼ੀ ਇਹਨੂੰ ਕੱਟਣਾ ਸ਼ੁਰੂ ਕਰ ਦਈਏ, ਜੋ ਮਰਜ਼ੀ ਕਰੀ ਜਾਈਏ, ਲੇਕਿਨ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਇਨਸਾਨ ਦੇ ਕੀਤੇ ਹੋਏ ਹਰ ਕਰਮ ਦਾ ਲੇਖਾ ਜੋਖਾ ਹੁੰਦਾ ਹੈ। ਮੈਨੂੰ ਮਾਫ ਕਰ ਦੇਣਾ, ਮੇਰੇ ਨਾਲ ਕੋਈ ਸਹਿਮਤੀ ਰੱਖੇ ਜਾਂ ਨਾ ਰੱਖੇ, ਲੇਕਿਨ ਜੋ ਮੈਨੂੰ ਅੱਜ ਤੱਕ ਗੁਰਬਾਣੀ ਜੋ ਸਮਝ ਆਈ ਹੈ ਇਹੋ ਹੀ ਹੈ ਵੀ ਮਨੁੱਖ ਦੇ ਕੀਤੇ ਹੋਏ ਹਰ ਕਰਮ ਦਾ ਲੇਖਾ ਜੋਖਾ ਹੁੰਦਾ ਹੈ। ਸਤਿਗੁਰੂ ਜੀ ਨੇ ਇੱਕ ਸੁਚੇਤ ਕੀਤਾ, ਸਾਨੂੰ ਵਾਰਨਿੰਗ ਜੀ ਦਿੱਤੀ ਹੈ ਗੁਰਬਾਣੀ ਦੇ ਵਿੱਚ। ਨਾਨਕ ਜੀ ਉਪਾਏ ਕਹਿ ਲਿਖ ਨਾਵੈ ਧਰਮ ਬਹਾਲਿਆ। ਇੱਕ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਉਹ ਟਰਮਸ ਵਰਤ ਕੇ ਜਿਹੜੀਆਂ ਟਰਮਸ ਭਾਰਤੀ ਸਮਾਜ ਵਿੱਚ ਵਰਤੀਆਂ ਜਾਂਦੀਆਂ ਸੀ, ਉੱਥੇ ਕੀ ਹੋਏਗਾ? ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ। ਝੂਠੀ ਗਵਾਹੀ ਵੀ ਨਹੀਂ ਚੱਲਦੀ। ਦੁਨੀਆ ਦੀਆਂ ਅਦਾਲਤਾਂ ਵਿੱਚ ਝੂਠ ਦੇ ਉੱਤੇ ਫੈਸਲੇ ਹੋ ਜਾਂਦੇ ਨੇ, ਪਰ ਮੇਰੇ ਨਿਰੰਕਾਰ ਦੀ ਅਦਾਲਤ ਵਿੱਚ ਸੱਚ ਦਾ ਨਿਬੇੜਾ ਹੁੰਦਾ ਹੈ। ਉੱਥੇ ਕੋਈ ਝੂਠੀ ਗਵਾਹੀ ਨਹੀਂ ਚੱਲਦੀ। ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ। ਥਾਉ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜਗ ਚਾਲਿਆ। ਤੇਰੇ ਨਾਏ ਰੱਪੇ ਸੇ ਜਿਣਗੇ, ਹਾਰ ਗਏ ਸੇ ਠੱਗਣ ਵਾਲਿਆ। ਲਿਖ ਨਾਵੈ ਧਰਮ ਬਹਾਲ। ਆਸਾ ਕੀ ਵਾਰ ਦੇ ਬਚਨ ਹੈ, ਅਸੀਂ ਬਹੁਤ ਵਾਰੀ ਸੁਣਿਆ, ਬਹੁਤ ਵਾਰੀ ਪੜ੍ਹੇ ਹਨ। ਜਿਵੇਂ ਜਿਵੇਂ ਜੀਵ ਦੇ ਕਰਮਾਂ ਦਾ ਵਿਹਾਰ ਚੱਲਦਾ ਰਿਹਾ, ਉਸੇ ਤਰ੍ਹਾਂ ਹੀ ਮੇਰੇ ਵਾਹਿਗੁਰੂ ਦੀ ਕਲਮ ਵੀ ਚੱਲਦੀ ਰਹੀ। ਵਾਹ, ਮੇਰੇ ਜਿਸ ਤਰ੍ਹਾਂ ਜੀਵ ਦੇ ਕਰਮ ਦਾ ਵਿਹਾਰ ਚੱਲਦਾ ਰਿਹਾ, ਮੇਰੇ ਵਾਹਿਗੁਰੂ ਦੀ ਕਲਮ ਵੀ ਉਸੇ ਤਰ੍ਹਾਂ ਹੀ ਚੱਲਦੀ ਰਹੀ। ਉੱਥੇ
ਝੂਠ ਨਹੀਂ ਲਿਖਿਆ ਜਾਂਦਾ, ਕਿਸੇ ਦੇ ਬਿਆਨ ਗਲਤ ਨਹੀਂ ਹੁੰਦੇ। ਚੰਗੇ ਮੰਦੇ ਕਰਮਾਂ ਦਾ ਲੇਖਾ ਲਿਖਿਆ ਗਿਆ, ਜਿਸ ਨਾਲ ਜੀਵ ਦਾ ਉਹ ਗੁਪਤ ਚਿਹਰਾ, ਜੀਵ ਦਾ ਗੁਪਤ ਚਿਹਰਾ ਜੋ ਸਭ ਤੋਂ ਚੋਰੀ ਤਿਆਰ ਹੁੰਦਾ ਹੈ, ਜਿਹੜਾ ਗੁਪਤ ਚਿਹਰਾ ਭਾਵ ਜਿਹੜਾ ਚਿੱਤਰਗੁਪਤ ਕੀ ਹੈ, ਸਾਡਾ ਲੁਕਿਆ ਹੋਇਆ ਗੁਪਤ ਜੋ ਦੁਨੀਆ ਨਹੀਂ ਦੇਖ ਸਕਦੀ। ਚਿੱਤਰਗੁਪਤ ਹੋਰ ਕੀ ਹੈ? ਗੁਪਤ ਚਿੱਤਰ ਸਾਡਾ, ਜੋ ਕਿਰਦਾਰ ਦਾ ਸਾਡਾ ਛੁਪਿਆ ਹੋਇਆ ਚਿੱਤਰ ਹੈ, ਜਿਹਨੂੰ ਦੁਨੀਆ ਨਹੀਂ ਦੇਖ ਸਕਦੀ, ਲੋਕ ਨਹੀਂ ਦੇਖ ਸਕਦੇ। ਮੇਰੇ ਨਿਰੰਕਾਰ ਦੇ ਘਰ ਵਿੱਚ ਉਹ ਚਿਹਰਾ ਸਾਹਮਣੇ ਨਜ਼ਰ ਆ ਜਾਂਦਾ, ਉਹ ਸ਼ੀਸ਼ੇ ਦੇ ਵਿੱਚ ਚਿਹਰਾ ਬੋਲ ਉੱਠਦਾ ਹੈ। ਨਿਰੰਕਾਰ ਦੇ ਘਰ ਵਿੱਚ ਚਿਹਰਾ ਸੱਚ ਵੀ ਨਜ਼ਰ ਆਉਂਦਾ ਹੈ। ਰੋਜ਼ਾਨਾ ਜ਼ਿੰਦਗੀ ਦੀ ਉਦਾਹਰਨ ਦੇ ਕੇ ਗੁਰੂ ਪਾਤਸ਼ਾਹ ਸਮਝਾਉਂਦੇ ਨੇ ਕਿ ਜਿਸ ਦੇ ਕਰਮ ਪ੍ਰਗਟ ਹੋ ਜਾਣ ਸਾਡੇ ਸਮਾਜ ਵਿੱਚ, ਉਸ ਨੂੰ ਕਹਿੰਦੇ ਇਹਨੂੰ ਨੰਗਾ ਕਰ ਦਿੱਤਾ ਗਿਆ। ਕਹਿੰਦੇ ਨਾ ਵੀ ਨੰਗਾ ਕਰਤਾ। ਸਾਡੇ ਸਮਾਜ ਵਿੱਚ ਕੀ ਹੈ, ਜਦ ਨੰਗਾ ਕਰ ਲਓ ਜੀ ਉਹ ਤਾਂ ਹੁਣ ਨੰਗਾ ਹੋ ਗਿਆ, ਕੱਪੜੇ ਥੋੜੀ ਲਾਏ ਨੇ ਉਹਦੇ, ਭਾਵ ਉਹਦੇ ਭੇਦ ਖੁੱਲ ਗਏ, ਉਹਦਾ ਸਭ ਕੁਝ ਪਤਾ ਪ੍ਰਗਟ ਹੋ ਗਿਆ। ਜਿਹਦੇ ਕਰਮ ਪ੍ਰਗਟ ਹੋ ਗਏ ਭਾਵ ਉਹ ਨੰਗਾ ਕਰ ਦਿੱਤਾ ਦਾ ਮਤਲਬ ਇਹੋ ਹੀ ਹੈ। ਉੱਥੇ ਵੀ ਨੰਗੇ ਦਾ ਮਤਲਬ ਇਹੋ ਹੀ ਹੈ। ਉੱਥੇ ਇਹ ਨਹੀਂ ਵੀ ਕੱਪੜੇ ਲਾ ਕੇ ਨੰਗਾ ਹੋ ਗਿਆ, ਕੋਈ ਸਰੀਰ ਥੋੜੀ ਨਾਲ ਜਾਣਾ ਹੈ, ਸਰੀਰ ਤਾਂ ਸੜ ਕੇ ਸੁਆਹ ਹੋ ਜਾਂਦਾ ਹੈ। ਗੱਲ ਨੂੰ ਥੋੜੀ ਜਿਹੀ ਬਰੀਕੀ ਨਾਲ ਸਮਝੀਏ ਤਾਂ ਗੱਲ ਸਮਝ ਆ ਜਾਂਦੀ ਹੈ। ਗੁਰਬਾਣੀ ਤੇ ਵਿਸ਼ਵਾਸ ਤੇ ਭਰੋਸਾ ਰੱਖ ਕੇ ਗੱਲ ਕਰੀਏ ਤਾਂ ਸਮਝ ਆਏਗੀ। ਜੇ ਗੁਰਬਾਣੀ ਤੇ ਭਰੋਸਾ ਹੀ ਨਾ ਹੋਵੇ, ਵਿਸ਼ਵਾਸ ਹੀ ਨਾ ਹੋਵੇ, ਨਹੀਂ ਜੇ ਤਾਂ ਹੋ ਹੀ ਨਹੀਂ ਸਕਦਾ, ਤੇ ਫਿਰ ਸਾਡੇ ਪੱਲੇ ਕੁਝ ਵੀ ਨਹੀਂ ਪੈਣਾ। ਮੇਰੀ ਬੇਨਤੀ ਹੈ ਇਹ ਖਾਸ ਕਰਕੇ ਅੱਜ ਕੱਲ ਦੇ ਉਹਨਾਂ ਪ੍ਰਚਾਰਕ ਵਿਦਵਾਨਾਂ ਨੂੰ ਜਿਹੜੇ ਇਹਨਾਂ ਗੱਲਾਂ ਨੂੰ ਬਿਲਕੁਲ ਕੱਟ ਕੇ ਉਹ ਪਰਾਂ ਸੁੱਟ ਕੇ ਰੱਦੀ ਦੀ ਟੋਕਰੀ ਵੀ ਸੁੱਟਣ ਦੀ ਗੱਲਾਂ ਕਰਦੇ ਹਨ। ਸ਼ਾਇਦ ਉਹਨਾਂ ਨੇ ਇਹ ਸ਼ੀਸ਼ਾ ਆਪਣਾ ਦੇਖਿਆ ਨਹੀਂ, ਜਾਂ ਉਹਨਾਂ ਨੂੰ ਆਪਣਾ ਚਿੱਤਰ ਗੁਪਤ ਦਿਸਦਾ ਨਹੀਂ। ਗੁਪਤ ਚਿੱਤਰ ਜਿਹੜਾ ਹੈ ਉਹਨਾਂ ਨੂੰ ਜਿਹੜਾ ਪ੍ਰਗਟ ਨਹੀਂ ਹੋਇਆ। ਖਿਆਲ ਕਰਿਓ, ਜੋ ਅਸਲ ਤਸਵੀਰ ਹੈ ਉਹ ਪ੍ਰਗਟ ਕਰ ਦੇਣੀ, ਬਸ ਇਹੋ ਕੁਝ ਹੀ ਧਰਮਰਾਜ ਦਾ ਘਰ ਹੈ। ਇਹੋ ਹੀ ਹੈ ਧਰਮਰਾਜ ਦਾ ਘਰ, ਹੋਰ ਕੋਈ ਵੱਖਰਾ ਮਹੱਲ ਨਹੀਂ ਬਣਿਆ ਹੋਇਆ, ਕੋਈ ਕਿਲਾ ਨਹੀਂ ਬਣਿਆ ਹੋਇਆ। ਸਾਡੇ ਕਰਮ ਕੀਤੇ ਹੋਏ ਕਰਮਾਂ ਦੀ ਅਸਲ ਤਸਵੀਰ ਜਦੋਂ ਸਾਡੇ ਸਾਹਮਣੇ ਪ੍ਰਗਟ ਹੁੰਦੀ ਹੈ, ਇਹ ਸਾਡਾ ਚਿੱਤਰਗੁਪਤ ਤੇ ਧਰਮਰਾਜ ਇਹੋ ਹੀ ਹੈ, ਕੋਈ ਹੋਰ ਵੱਖਰੀ ਹਸਤੀ ਨਹੀਂ ਹੈ। ਖਿਆਲ ਕਰਨਾ, ਮਾਫ ਕਰਨਾ, ਗੁਰਮਤ ਨੇ ਉਹਨਾਂ ਚੀਜ਼ਾਂ ਦੇ ਹਵਾਲੇ ਦੇ ਕੇ ਸਾਨੂੰ ਗੱਲਾਂ ਸਮਝਾਈਆਂ ਹਨ, ਉਹਨਾਂ ਚੀਜ਼ਾਂ ਦੇ ਰੈਫਰੈਂਸ ਦੇ ਕੇ ਗੁਰਮਤ ਨੇ ਗੱਲਾਂ ਦਸੀਆਂ ਹਨ, ਨਾ ਉਹ ਟਰਮਾਲੋਜੀ ਵਰਤ ਕੇ ਸਾਨੂੰ ਦਸੀਆਂ ਹਨ। ਲੇਕਿਨ ਸੱਚ ਅਸਲੀਅਤ ਇਹ ਹੈ ਵੀ ਜਦੋਂ ਗੁਪਤ ਚਿਹਰਾ ਸਾਡੇ ਕੀਤੇ ਹੋਏ ਕਰਮਾਂ ਦੇ ਪ੍ਰਤੱਖ ਸਾਡੇ ਅੰਦਰ ਜਦੋਂ ਸਾਹਮਣੇ ਖੜੇ ਹੋ ਜਾਣ, ਇਹੋ ਹੀ ਲੇਖਾ ਜੋਖਾ ਹੈ, ਇਹੋ ਹੀ ਸਾਡਾ ਚਿੱਤਰਗੁਪਤ ਹੈ, ਇਹੋ ਹੀ ਸਾਡੀ ਤਸਵੀਰ ਹੈ, ਇਹੋ ਹੀ ਧਰਮਰਾਜ ਦਾ ਘਰ ਹੈ, ਇਹੋ ਹੀ ਧਰਮਰਾਜ ਦਾ ਘਰ ਹੁੰਦਾ ਹੈ। ਜਦੋਂ ਉਸਦੇ ਪਰਦੇ ਵਿੱਚ ਕਮਾਏ ਹੋਏ ਪਾਪ ਪ੍ਰਗਟ ਹੋ ਜਾਣ, ਜਿਹੜੇ ਪਰਦੇ ਵਿੱਚ ਕੀਤੇ ਹੋਏ ਗੁਨਾਹ ਸੀ ਸਾਹਮਣੇ ਖੜੇ ਹੋਏ, ਹੋਈ ਤਾਂ ਸਾਡਾ ਚਿੱਤਰਗੁਪਤ ਪ੍ਰਗਟ ਹੋ ਗਿਆ। ਇਹੋ ਹੀ ਤਾਂ ਨਿਆਂ ਹੈ ਨਾ। ਧਰਮਰਾਜ ਕੀ ਹੈ? ਨਿਆਂ। ਜਿੱਥੇ ਨਿਆਂ ਦੀ ਗੱਲ ਹੁੰਦੀ ਹੈ ਉੱਥੇ ਸੱਚੇ ਹੀ ਸੱਚ ਨਿਬੜੇ ਦੀ ਗੱਲ ਹੈ, ਜਿੱਥੇ ਚੋਨੂੰ ਅੱਖ ਕੱਢੇ ਜਮਾਲਿਆ ਦੀ ਗੱਲ ਹੈ। ਇਹੋ ਹੀ ਹੈ, ਇਹੋ ਹੀ ਹਸਤੀ ਹੈ, ਇਹੋ ਹੀ ਤਾਕਤ ਹੈ, ਇਹੋ ਹੀ ਸ਼ਕਤੀ ਹੈ, ਇਹੋ ਹੀ ਹੈ। ਇਹਨੂੰ ਹੀ ਕਹਿੰਦੇ ਨੇ ਨੰਗਾ ਦੋਜਕ ਚਾਲਿਆ ਤਾਂ ਦਿਸੇ ਖਰਾ ਡਰਾਵਨਾ, ਕਰ ਔਗਣ ਪਛੋਤਾਵਨਾ। ਇਹੋ ਹੀ ਕਹਿੰਦੇ ਨੇ ਨੰਗਾ ਦੋਜਕ ਚਾਲਿਆ। ਕੋਈ ਨੰਗਾ ਥੋੜੀ ਤੁਰ ਗਿਆ, ਸਰੀਰ ਲੈ ਕੇ ਨੰਗਾ ਚਲਾ ਗਿਆ, ਨੰਗਾ ਕਰ ਦਿੱਤਾ ਗਿਆ, ਭਾਵ ਤੇਰੇ ਪਰਦੇ ਲੱਥ ਗਏ, ਤੇਰੇ ਬਣੀਆਂ ਹੋਈਆਂ ਪਰਦੇ ਦੇ ਪਿੱਛੇ ਕੀਤੇ ਹੋਏ ਗੁਨਾਹਾਂ ਦੀਆਂ ਤਸਵੀਰਾਂ ਤੇਰੇ ਸਾਹਮਣੇ ਆ ਕੇ ਖੜੀਆਂ ਹੋ ਗਈਆਂ। ਆਹ ਦੇਖ ਤੇਰੀ ਜ਼ਿੰਦਗੀ ਦਾ ਹਾਲ ਕੀ ਹੈ। ਮੈਂ ਇੱਕ ਬੇਨਤੀ ਹੋਰ ਕਰ ਦਿਆਂ, ਚਿੱਤਰ ਵੀ ਉਹੋ ਹੀ ਬਣਦਾ ਜੋ ਅਸੀਂ ਕਰਮ ਕਰਦੇ ਹਾਂ। ਥੋੜੀ ਜਿਹੀ ਹੋਰ ਗੱਲ ਬਰੀਕੀ ਵਿੱਚ ਸਮਝ ਲਈਏ। ਚਿੱਤਰ ਗੁਪਤ ਜਿਹੜਾ ਲੇਖਾ ਲਿਖਣ ਦੀ ਗੱਲ ਕਰਦੇ ਆ ਨਾ, ਅਸੀਂ ਕਰਦੇ ਆ, ਉਹ ਸਾਡਾ ਗੁਪਤ ਚਿੱਤਰ ਵੀ ਉਹੋ ਹੀ ਬਣਦਾ ਜਿਹੜਾ ਕਰਮ ਅਸੀਂ ਕਰਦੇ ਹਾਂ, ਹੋਰ ਨਹੀਂ ਗਲਤ ਹੋ ਸਕਦਾ। ਉਸ ਕੋਲ ਕੋਈ ਤਾਕਤ ਨਹੀਂ ਵੀ ਕਿਸੇ ਧਰਮੀ ਨੂੰ ਅਧਰਮੀ ਤੇ ਕਿਸੇ ਅਧਰਮੀ ਨੂੰ ਧਰਮੀ ਬਣਾ ਦੇਵੇ, ਨਾ ਬਿਲਕੁਲ ਨਹੀਂ। ਉੱਥੇ ਭੁਲੇਖਾ ਲੱਗਦਾ ਹੀ ਨਹੀਂ, ਉੱਥੇ ਗਲਤੀ ਦਾ ਸਕੋਪ ਵੀ ਕੋਈ ਨਹੀਂ। ਕਈ ਵਾਰੀ ਕਹਿੰਦੇ ਫਲਾਣਾ ਗਲਤ ਬੰਦੇ ਨੂੰ ਫੜ ਕੇ ਲੈ ਗਿਆ ਜੀ, ਉਹ ਲੈ ਗਏ, ਕੁਛ ਨਹੀਂ, ਫਰਾਡ ਹੈ ਸਾਰੀਆਂ ਚੀਜ਼ਾਂ। ਉੱਥੇ ਗਲਤੀ ਦਾ ਚਾਂਸ ਹੀ ਕੋਈ ਨਹੀਂ। ਭੁਲੇਖਾ ਸਾਨੂੰ ਹੈ, ਅਸੀਂ ਆਪਣੇ ਆਪ ਨੂੰ ਗਲਤ ਕਹਿ ਠੀਕ ਕਰਨ ਦੇ ਅਸੀਂ ਉਹਨੂੰ ਗਲਤ ਕਹਿ ਦਿੰਦੇ ਹਾਂ।
मेरे प्यार वालियो, वो गलत नहीं, गलत असी हाँ, वो गलत नहीं है। विश्वास ते भरोसा रखिए अपने मन दे अंदर। जिन्हां ने गुरु प्यारिया ने गुरु दर्शाए हुए मार्ग ते तुर के दिन रात दिन रात अमली जीवन विच धर्म नूं कमाया है। भाव ਉਹ ਕੁਝ ਕੀਤਾ ਹੈ ਜੋ ਗੁਰੂ ਨੇ ਉਹਨਾਂ ਨੂੰ ਸਮਝਾਇਆ ਹੈ। ਫਿਰ ਉਹਨਾਂ ਨੂੰ ਚਿੱਤਰਗੁਪਤ ਦੀ ਕੋਈ ਪਰਵਾਹ ਨਹੀਂ ਰਹਿੰਦੀ। ਲੋ ਇਹੋ ਹੀ ਹੈ ਧਰਮ ਦਾਏ ਦਰ ਕਾਗਜ਼ ਫਾਰੇ ਜਾਂ ਨਾਨਕ ਲੇਖਾ ਸਮਝਾ ਆਹੀ ਹੈ। ਲੋ ਮੈਂ ਫਿਰ ਬੇਨਤੀ ਕਰਦਿਆਂ ਜਿਨ੍ਹਾਂ ਗੁਰੂ ਪਿਆਰਿਆਂ ਨੇ ਗੁਰੂ ਦਰਸਾਏ ਮਾਰਗ ਤੇ ਤੁਰ ਕੇ ਦਿਨ ਰਾਤ ਆਪਣੇ ਜੀਵਨ ਨੂੰ ਗੁਰੂ ਦੇ ਹੁਕਮ ਵਿੱਚ ਚਲਾਇਆ ਹੈ, ਹੁਕਮ ਵਿੱਚ ਕਮਾਇਆ ਹੈ, ਹੁਕਮ ਵਿੱਚ ਬਿਤਾਇਆ ਹੈ। ਉਹ ਕੁਝ ਕੀਤਾ ਹੈ ਜੋ ਗੁਰੂ ਨੇ ਕਰਨ ਲਈ ਕਿਹਾ ਹੈ। ਗੁਰ ਕਹੇ ਸੋ ਘਰ ਕਮਾਏ ਜੀ ਉਹਦੇ ਜਿੱਤੇ ਪੂਰਾ ਪਹਿਰਾ ਦਿੱਤਾ ਹੈ। ਉਸ ਨੂੰ ਫਿਰ ਚਿੱਤਰ ਗੁਪਤ ਦੀ ਕੋਈ ਪਰਵਾਹ ਨਹੀਂ। ਫਿਰ ਉਹਨੂੰ ਕੀ ਡਰ ਹੈ ਜੀ ਮੇਰਾ ਚਿੱਤਰ ਕਿਹੋ ਜਿਹਾ ਲਿਖਿਆ ਜਾ ਰਿਹਾ? ਦੱਸੋ। ਤੁਸੀਂ ਸਵਾਲ ਮੇਰਾ ਤੁਹਾਡੇ ਅੱਗੇ ਹੈ ਵੀ ਉਹਨੂੰ ਪਤਾ ਹੈ ਮੇਰਾ ਚਿੱਤਰ ਸਾਫ਼ ਸਪਸ਼ਟ ਸੁੱਤਰ ਮੇਰੇ ਤੇ ਗੁਰੂ ਦੇ ਉਹ ਗੁਰੂ ਕੇ ਗਲਤ ਥੋੜੀ ਕਰ ਸਕਦਾ, ਉਹ ਗਲਤ ਥੋੜੀ ਕਮਾ ਸਕਦਾ। ਉਹ ਤਾਂ ਲਲਕਾਰ ਕੇ ਵਗਾਰ ਪਾ ਕੇ ਚਿੱਤਰਗੁਪਤ ਨੂੰ ਆਖਦੇ ਆ ਜੋ ਤੇਰਾ ਜੀ ਕਰਦਾ ਕਰ ਲੈ, ਜੋ ਤੂੰ ਲਿਖਦਾ ਉਹ ਲਿਖ ਲੈ, ਮੈਨੂੰ ਕਿਸੇ ਦਾ ਡਰ ਨਹੀਂ ਕਿਉਂਕਿ ਮੈਂ ਪਰਮੇਸ਼ਰ ਦੇ ਚਰਨਾਂ ਵਿੱਚ ਜੁੜ ਗਿਆ ਹਾਂ ਜਿੱਥੇ ਤੇਰਾ ਮੇਰਾ ਕੋਈ ਵਾਸਤਾ ਹੀ ਨਹੀਂ, ਤੇਰੀ ਮੇਰੀ ਕੋਈ ਸਾਂਝ ਹੀ ਨਹੀਂ ਰਹੀ। ਉਹ ਤਾਂ ਚੈਲੰਜ ਕਰਕੇ ਗੱਲ ਕਹਿੰਦਾ ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਾਤਾਲ ਮੋਏ ਜੰਮ ਡੰਡ ਨਾ ਲਾਗੀ ਤਜੀਲੇ ਸਰਬ ਜੰਜਾਲ। ਭਗਤ ਜੀ ਕਿੱਦਾਂ ਸੌਖੋਂ ਨਹੀਂ ਗੱਲ ਕਰਦੇ ਨੇ, ਲਿਖ ਲੈ ਜੋ ਲਿਖਣਾ, ਮੈਨੂੰ ਕੀ ਪਰਵਾਹ ਪਈ ਹੈ ਕਿਉਂਕਿ ਮੈਂ ਮੇਰਾ ਚਿੱਤਰਗੁਪਤ ਬਿਲਕੁਲ ਸਾਫ਼ ਹੈ, ਕਲੀਨ ਹੈ, ਕਾਲਖੀ ਨਹੀਂ ਲੱਗੀ, ਧੱਬਾ ਹੀ ਨਹੀਂ ਲੱਗਾ, ਖੂਬਸੂਰਤ ਹੈ, ਘੜਿਆ ਗਿਆ ਹੈ। ਮੈਨੂੰ ਤੇ ਡਰਨ ਦੀ ਕੀ ਲੋੜ ਹੈ, ਮੈਂ ਤੇਰੇ ਕੋਲੋਂ ਕਿਉਂ ਡਰਾਂ? ਫਿਰ ਅੱਗੇ ਕਹਿੰਦੇ ਨੇ ਚਿੱਤਰਗੁਪਤ ਲਿਖਿਆ ਫਿਰ ਜਮਾਂ ਦੀ ਗੱਲ ਸ਼ੁਰੂ ਹੋ ਜਾਂਦੀ ਹੈ। ਜਮ ਦਾ ਅਰਥ ਕੀ ਹੈ? ਜਿਹੜਾ ਕਿਹਾ ਜਾਂਦਾ ਧਰਮ ਦੀ ਦੁਨੀਆ ਵਿੱਚੋਂ ਸਰੀਰ ਵਿੱਚੋਂ ਜਿੰਦ ਕੱਢ ਕੇ ਰੱਬ ਦੇ ਘਰ ਤੱਕ ਲੈ ਜਾਣ ਵਾਲੇ ਜਮ ਉਹਨਾਂ ਨੂੰ ਕਹਿੰਦੇ ਨੇ। ਧਰਮ ਦੀ ਦੁਨੀਆ ਵਿੱਚ ਜਮ ਕਿਹਨੂੰ ਕਹਿੰਦੇ ਨੇ? ਜਿਹੜੇ ਸਰੀਰ ਦੀ ਜਿੰਦ ਕੱਢ ਕੇ ਤੇ ਉਹਨੂੰ ਰੱਬ ਦੇ ਘਰ ਵੀ ਲੈ ਕੇ ਜਾਂਦੇ ਨੇ, ਜਮ ਉਹਨਾਂ ਨੂੰ ਕਿਹਾ ਜਾਂਦਾ ਧਰਮ ਦੀ ਦੁਨੀਆ 'ਚ ਆਮ। ਇਹਨਾਂ ਨੇ ਵੀ ਰਾਹ ਵਿੱਚ ਕਹਿੰਦੇ ਤਸੀਹੇ ਦੇਣੇ ਹੁੰਦੇ ਨੇ, ਮਾਰਦੇ ਕੁੱਟਦੇ ਆ, ਆਮ ਗੱਲਾਂ ਪ੍ਰਚਲਿਤ ਨੇ, ਮੈਂ ਉਹ ਗੱਲਾਂ ਆਪ ਜੀ ਨਾਲ ਕਰਦਾ। ਇੱਥੇ ਹੀ ਬਸ ਨਹੀਂ, ਫਿਰ ਦੋਸ਼ੀ ਕਰਕੇ ਫਿਰ ਰੱਬ ਦੇ ਘਰ 'ਚ ਜਾ ਕੇ ਮਾਰ ਪੈਂਦੀ ਹੈ, ਸੁਝਾਅ ਵੀ ਦਿੰਦੇ ਆ। ਪਰ ਪਿਆਰਿਓ ਜਿਨ੍ਹਾਂ ਨੇ ਗੁਰੂ ਦੀ ਬੰਦਗੀ ਦਾ ਜੀਵਨ ਗੁਰੂ ਦੀ ਬੰਦਗੀ ਨਾਲ ਜੀਵਨ ਨੂੰ ਸ਼ਿੰਗਾਰ ਲਿਆ, ਗੁਰੂ ਦੀ ਬੰਦਗੀ ਨਾਲ ਜੀਵਨ ਨੂੰ ਸੋਹਣਾ ਬਣਾ ਲਿਆ, ਉਹਨਾਂ ਦਾ ਇਹ ਮਾਰਗ ਹੀ ਨਹੀਂ ਹੈ, ਉਹਨਾਂ ਦਾ ਇਹ ਮਾਰਗ ਹੀ ਨਹੀਂ ਹੈ। ਗੁਰੂ ਕਾ ਸਿੱਖ ਜਮ ਦੂਤ ਤਿਸ ਨਿਕਟ ਨਾ ਆਵੇ, ਸਾਧ ਸੰਗ ਹਰ ਕੀਰਤਨ ਗਾਵੇ। ਉਹਨਾਂ ਦਾ ਨੇੜਾ ਇਹਦਾ ਸੰਬੰਧ ਹੀ ਨਹੀਂ, ਖਤਮ ਹੋ ਗਿਆ। ਪਹਿਲਾਂ ਹੀ ਮੈਂ ਬੋਲੇ ਨੇ ਧਰਮ ਰਾਏਦਾਰ ਕਾਗਜ਼ ਫਾਰੇ ਜਦ ਨਾਨਕ ਲੇਖਾ ਸਮਝਾ। ਉਹ ਕਹਿੰਦਾ ਜਾ ਭਰਾ ਜਾ, ਤੇਰਾ ਮੇਰਾ ਕੋਈ ਵਾਸਤਾ ਨਹੀਂ, ਤੂੰ ਆਪਣੇ ਬਾਬੇ ਨਾਲ ਗੱਲ ਕਰ, ਤੇਰੀ ਗੱਲ ਉੱਧਰ ਹੈ, ਤੇਰਾ ਮੇਰਾ ਕੋਈ ਵਾਸਤਾ ਹੀ ਨਹੀਂ। ਤਾਂ ਗੁਰੂ ਕੇ ਸਿੱਖ ਦਾ ਸੱਚਮੁੱਚ ਹੀ ਕੋਈ ਵਾਸਤਾ ਨਹੀਂ ਹੈ। ਜੇ ਸਤਿਗੁਰ ਤੇ ਕਰਨੀ ਕਮਾਣੀ ਦੀ ਜਿਸ ਅਵਸਥਾ ਚੋਂ ਲੰਘ ਕੇ ਅੱਗੇ ਨੂੰ ਤੁਰ ਪਿਆ। ਭਗਤ ਕਬੀਰ ਜੀ ਨੇ ਵੀ ਇੱਕ ਸ਼ਲੋਕ ਲਿਖਿਆ, ਭਗਤਾਂ ਦੇ ਉਹਨਾਂ ਦੇ ਸ਼ਲੋਕਾਂ ਵਿੱਚ ਬੜੀ ਕਮਾਲ ਦੀਆਂ ਗੱਲਾਂ ਆਉਂਦੀਆਂ ਨੇ। ਅੱਜ ਸਵਾਲ ਜਵਾਬ 'ਚ ਵੀ ਅਸੀਂ ਸੁਣੀਆਂ, ਬੜਾ ਆਨੰਦ ਆਉਂਦਾ ਜਦੋਂ ਭਗਤ ਜੀ ਦੇ ਸ਼ਲੋਕਾਂ ਦੀ ਸਮਝ ਆਉਂਦੀ ਹੈ। ਕਹਿੰਦੇ ਨੇ ਜੰਮ ਦੀ ਸਜ਼ਾ ਡੰਡਾ ਤਾਂ ਬੜਾ ਔਖਾ ਹੈ, ਔਖਾ ਹੈ, ਪਰ ਮੇਰੇ ਸਤਿਗੁਰ ਨੇ ਆਪਣੇ ਨਾਲ ਜੋੜ ਕੇ ਮੈਨੂੰ ਇਸ ਕਰਾਰੇ ਡੰਡੇ ਤੋਂ, ਉਸ ਠੇਂਗੇ ਤੋਂ ਬਚਾ ਲਿਆ। ਇਸ ਲਈ ਮੈਨੂੰ ਹੁਣ ਠੇਂਗੇ ਇਸ ਕਰਾਰੇ ਠੇਂਗੇ ਦੀ ਮਾਰ ਕਹਿੰਦੇ ਆਮ ਜੀਵ ਕੋਲੋਂ ਨਹੀਂ ਸਹਾਰੀ ਜਾਂਦੀ, ਪਰ ਮੈਨੂੰ ਗੁਰੂ ਨੇ ਇੱਥੋਂ ਬਚਾ ਲਿਆ। ਭਗਤ ਜੀ ਦਾ ਸ਼ਲੋਕ ਆਉਂਦਾ, ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ। ਹੈ ਤਾਂ ਕਰਾਰਾ ਹੀ ਹੈ ਨਾ, ਕਿਉਂਕਿ ਕਰਾਰਾ ਕਿਉਂ ਹੈ ਕਿ ਜੀਵਨ ਦਾ ਹਰ ਕੀਤਾ ਹੋਇਆ ਕਰਮ ਚਿੱਤਰ ਗੁਪਤ ਬੰਦਾ ਹੈ।
ਜੀਵਨ ਦਾ ਕੀਤਾ ਹੋਇਆ ਹਰ ਕਰਮ, ਤਾਂ ਇਹਨੂੰ ਕਰਾਰਾ ਕਿਹਾ ਗਿਆ, ਕਿਉਂਕਿ ਇੱਕ ਬੋਲੇ ਹੋਏ ਬੋਲ ਦਾ ਵੀ ਉਹ ਸ਼ਬਦ ਮੂੰਹ ਚੋਂ ਬੋਲੇ ਹੋਏ ਬੋਲ ਤਾਂ ਛੱਡ ਕੇ ਤੇਰੀ ਚਿਤਵਨੀ ਵਿੱਚ ਵੀ ਜੋ ਚਿਤਿਆ ਉਹਦਾ ਵੀ ਤੇਰਾ ਲਿਖਾ ਤੋਂ ਚਿੱਤਰ ਬਣਦਾ ਹੈ। ਜ਼ੁਬਾਨ ਬੋਲਦੀ ਨਹੀਂ, ਕਈ ਵਾਰੀ ਚਿਤਵਦੀ ਹੈ, ਤਾਂ ਚਿਤਵੇ ਹੋਏ ਸੋ ਜਿਹੜੀ ਚਿਤਵਨ ਦੇ ਵਿੱਚ ਹੈ ਉਹਦਾ ਚਿੱਤਰ ਵੀ ਬਣਦਾ ਹੈ। ਇਸੇ ਕਰਕੇ ਕਿਹਾ ਜਾਂਦਾ ਵੀ ਇਹਨੂੰ ਮਨ ਵਿੱਚ ਐਸੇ ਵਿਚਾਰ ਨਾ ਸੋਚ ਬੈਠੀ ਜਿਹਦੇ ਨਾਲ ਤੇਰੀ ਚਿਤਵਨੀ ਦੇ ਵਿੱਚ ਗੁਰੂ ਭੁੱਲ ਜਾਏ। ਇਸੇ ਕਰਕੇ ਗੱਲ ਕਹੀ ਜਾਂਦੀ ਹੈ। ਤੇ ਭਗਤ ਕਬੀਰ ਜੀ ਕਹਿੰਦੇ ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਾ ਜਾਏ। ਹਾਂ, ਇੱਕ ਜੋ ਸਾਧੂ ਮੋਹਿ ਮਿਲਿਓ ਤਿਨੂੰ ਲਿਆ ਅੰਚਲ ਲਾਏ। ਮੈਨੂੰ ਗੁਰੂ ਮਿਲ ਗਿਆ, ਉਹਨੇ ਮੈਨੂੰ ਆਪਣੇ ਪੱਲੇ ਨਾਲ ਲਾ ਲਿਆ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਨੇ 52 ਕਲੀਆਂ ਵਾਲੇ ਕੁੜਤਿਆਂ ਨਾਲ ਸਾਰੇ ਕੱਢ ਲਿਆਂਦੇ ਸੀ ਨਾ, ਮੇਰੇ ਸਤਿਗੁਰ ਨੇ ਹੁਣ ਮੈਨੂੰ ਆਪਣਾ ਪੱਲਾ ਫੜਾ ਦਿੱਤਾ। ਇਸ ਕਰਕੇ ਮੈਨੂੰ ਇਹਨਾਂ ਦੇ ਕੋਈ ਡਰ ਨਹੀਂ ਹੈ, ਕਿਉਂਕਿ ਉਹ ਹਰ ਜੀ ਦੀ ਸਾਰੀ ਸਰਕਾਰ ਹੈ, ਮੇਰੇ ਮਾਲਕ ਦੀ ਸਾਰੀ ਸਰਕਾਰ ਚੱਲਦੀ ਹੈ। ਇੱਕ ਛੋਟੀ ਜੀ ਗੱਲ ਹੋਰ ਕਰਾਂ। ਰੱਬ ਨੇ ਇੱਕ ਦਿਨ ਦੂਤਾਂ ਨੂੰ ਹਦਾਇਤ ਕੀਤੀ, ਜਿਹੜੇ ਬੰਦਗੀ ਵਿੱਚ ਰੱਤੇ ਹੋਏ ਹਨ ਉਹਨਾਂ ਦੇ ਨੇੜੇ ਨਾ ਕਦੇ ਜਾਵੇਂ। ਦੂਤ ਨੇ ਆਖਿਆ ਉਹ ਮੇਰਾ ਕੀ ਕਰ ਸਕਦੇ ਆ। ਮੈਂ ਉਦਾਹਰਨ ਦੀ ਦੇ ਰਿਹਾ, ਇੰਟਰਸਟਿੰਗ ਦੀ ਗੱਲ ਕਰਦੇ ਆ ਬਸ। ਤਾਂ ਰੱਬ ਨੇ ਕਿਹਾ ਤੈਨੂੰ ਬੰਨ ਕੇ ਬਿਠਾ ਲੈਣਗੇ, ਤੇ ਤੈਨੂੰ ਬੰਨ ਕੇ ਬਿਠਾ ਲੈਣਗੇ। ਜਮਦੂਤ ਕਹਿਣ ਲੱਗਾ ਤਾਂ ਕੀ ਹੋਇਆ, ਤੁਸੀਂ ਛੁਡਾ ਲਿਓ, ਤੁਸੀਂ ਛੁਡਾ ਲਿਓ। ਰੱਬ ਨੇ ਕਿਹਾ ਉਹਨਾਂ ਕੋਲੋਂ ਮੈਂ ਵੀ ਨਹੀਂ ਤੈਨੂੰ ਛੁਡਾ ਸਕਦਾ, ਉਹ ਤਾਂ ਮੈਨੂੰ ਵੀ ਬੰਨ ਕੇ ਬਿਠਾ ਸਕਦੇ ਹਨ, ਉਹ ਤਾਂ ਮੈਨੂੰ ਵੀ ਬੰਨ ਕੇ ਬਿਠਾ ਸਕਦੇ ਹਨ। ਚੰਗਾ ਇਹੋ ਹੀ ਹੈ ਕਿ ਉਹਨਾਂ ਕੋਲ ਜਾਵੀਂ ਨਾ, ਚੰਗਾ ਇਹੋ ਹੀ ਹੈ ਕਿ ਉਹਨਾਂ ਕੋਲ ਜਾਵੇਗਾ, ਉਹਨਾਂ ਕੋਲ ਬੰਦਗੀ ਦੀ ਬਹੁਤ ਵੱਡੀ ਤਾਕਤ ਹੈ। ਇੱਕ ਉਦਾਹਰਨ ਦੇ ਕੇ ਸਮਝਾਉਣ ਦਾ ਢੰਗ ਹੈ ਬਸ। ਨਾ ਰੱਬ ਇਵੇਂ ਗੱਲਾਂ ਕਰਦਾ ਤੇ ਨਾ ਰੱਬ ਇਵੇਂ ਗੱਲ ਸਮਝਾਉਂਦਾ। ਇੱਕ ਇੰਟਰਸਟਿੰਗ ਜੀ ਕਹਾਣੀ ਛੋਟੀ ਜਿਹੀ ਹੈ ਜੋ ਗੁਰਬਾਣੀ ਚ ਗੁਰੂ ਸਾਹਿਬ ਜੀ ਦਾ ਬਚਾਉਂਦਾ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਾ ਛੁਟੇ ਨਿਕਟ ਨਾ ਜਾਇਓ ਦੂਤ। ਨਿਕਟ ਨਾ ਜਾਇਓ ਦੂਤ, ਉਹ ਦੂਤ ਤੋਂ ਉੱਥੇ ਨਾ ਜਾਇਓ ਜਿੱਥੇ ਵਾਹਿਗੁਰੂ ਦੀ ਬੰਦਗੀ ਹੁੰਦੀ ਹੈ, ਵਾਹਿਗੁਰੂ ਦਾ ਭਜਨ ਗਾਇਆ ਜਾਂਦਾ, ਵਾਹਿਗੁਰੂ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ। ਨਾ ਹੋ ਨਾ ਤੂੰ ਛੁਟੇ, ਨਾ ਹੋ ਨਾ ਤੂੰ ਨਾ ਛੁਟੇ, ਵੀ ਨਾ ਮੈਨੂੰ ਛੱਡਣਾ ਨਾ ਤੈਨੂੰ ਛੱਡਣਾ ਦੇ ਨੇੜੇ ਚਲਾ ਗਿਆ। ਇੰਨੀ ਤਾਕਤ ਹੈ ਵਾਹਿਗੁਰੂ ਦੀ ਯਾਦ ਵਿੱਚ, ਪਰਮੇਸ਼ਰ ਦੇ ਯਾਦ ਵਿੱਚ, ਉਸ ਨਿਰੰਕਾਰ ਦੇ ਗੀਤ ਗਾਉਣ ਵਿੱਚ। ਤੇ ਗੁਰੂ ਪਾਤਸ਼ਾਹ ਸੱਚੇ ਪਾਤਸ਼ਾਹ ਸਾਨੂੰ ਬਚਨ ਕਰਕੇ ਸਮਝਾਉਂਦੇ ਨੇ ਬਈ ਰੱਬੀ ਬੰਦਗੀ ਵਿੱਚ ਰੱਤੀ ਹੋਈ ਆਤਮਾ ਉੱਤੇ ਨਾ ਤਾਂ ਚਿੱਤਰਗੁਪਤ ਦਾ ਕੋਈ ਹੁਕਮ ਚੱਲਦਾ ਤੇ ਨਾ ਹੀ ਜਮਦੂਤਾਂ ਨਾਲ ਉਹਨਾਂ ਦਾ ਕੋਈ ਵਾਹ ਜਹਾ ਹੁੰਦਾ ਹੈ, ਨਾ ਹੀ ਧਰਮਰਾਜ ਦੀ ਕੋਈ ਗੱਲ ਉੱਥੇ ਚੱਲਦੀ ਹੈ। ਸਾਡਾ ਮਾਰਗ ਇਹ ਹੈ, ਗੁਰਮਤਿ ਦਾ ਮਾਰਗ ਇਹ ਸਿਖਾਉਂਦਾ ਹੈ। ਜਿੱਥੇ ਬਾਕੀ ਲੋਕਾਂ ਕੋਲੋਂ ਧਰਮਰਾਜ ਲੇਖਾ ਲੀਜੇ ਜਿਉਂ ਤਿਲ ਜਿਉਂ ਪੀੜੀ ਦੀ ਗੱਲ ਕੀਤੀ ਜਾਂਦੀ ਹੈ, ਲੇਖਾ ਮੰਗੇ ਬਾਣੀਆਂ ਦੀ ਗੱਲ ਕੀਤੀ ਜਾਂਦੀ ਹੈ, ਤਿਲ ਪੀੜਨ ਦੀ ਗੱਲ ਕੀਤੀ ਜਾਂਦੀ ਹੈ, ਉਹਨਾਂ ਲਈ ਹੈ ਜਿਨ੍ਹਾਂ ਦੇ ਧਰਮ ਦੀ ਦੁਨੀਆ 'ਚ ਵਿਸ਼ਵਾਸ ਉਹ ਜਾਣਨ। ਸਾਡਾ ਵਿਸ਼ਵਾਸ ਹੀ ਇੰਨਾ ਹੈ, ਸਾਡਾ ਭਰੋਸਾ ਹੀ ਇੰਨਾ ਹੈ ਕਿ ਸਾਡਾ ਲੈਣ ਦੇਣ ਇਹਨਾਂ ਨਾਲ ਖਤਮ ਹੋ ਗਿਆ। ਇਸ ਕਰਕੇ ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟਾਤਮਾ ਉਹ ਤੇਰੀ ਸਰਕਾਰ, ਅਧਿਆਤਮੀ ਹਰ ਗੁਣਤਾਸ ਮਨ, ਜਪੇ ਏਕ ਮੁਰਾਰ, ਇਨਕੀ ਸੇਵਾ ਧਰਮ ਰਾਏ ਕਰੇ, ਧਨ ਸਵਾਰਨ ਹਾਰ। ਇਹ ਗੁਰੂ ਪਾਤਸ਼ਾਹ ਦਾ ਸ੍ਰੀ ਰਾਗ ਵਿੱਚ ਬੋਲ ਹੈ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਦੀ, ਸੱਚੇ ਪਾਤਸ਼ਾਹ ਜੀ ਦਾ ਇਹ ਗੁਰੂ ਨਾਨਕ ਅਗੰਮੀ ਜੋਤ ਦੇ ਇਹ ਬੋਲ ਹਨ। ਮੈਂ ਹੋਰ ਇੱਕ ਇਸ ਤੋਂ ਵੀ ਅੱਗੇ ਬੇਨਤੀ ਕਰਦੇ ਹਾਂ, ਲੋਕ ਜਿਹਨੂੰ ਧਰਮ ਰਾਜ ਕਹਿ ਕੇ ਡਰਾਉਂਦੇ ਨੇ ਨਾ, ਉਹ ਪਿਆਰਿਓ ਭਗਤੀ ਵਿੱਚ ਬੰਦਗੀ ਵਿੱਚ ਰੱਤੇ ਹੋਇਆਂ ਦੇ ਦਰਸ਼ਨਾਂ ਨੂੰ ਤਾਂ ਉਹ ਵੀ ਲੋਚਦਾ ਹੈ, ਉਹ ਤਾਂ ਉਹਦਾ ਗੁਲਾਮ ਬਣ ਜਾਂਦਾ ਹੈ ਜਿਹਨੂੰ ਲੋਕੀ ਡਰਦੇ ਨੇ। ਇਸ ਕਰਕੇ ਜਿनको कृपा करी जग जीवन, हर और धारियो मन माझा, धर्म राय दर कागद फारे जन नानक लेखा,
ਸਮਝ ਆ, ਕਾਗਜ਼ ਫਟ ਗਿਆ। ਫਿਰ ਉਹਨਾਂ ਦਾ ਲੇਖਾ ਨਿਬੜ ਗਿਆ, ਜਿਨ੍ਹਾਂ ਤੇ ਰੱਬ ਦੀ ਮਿਹਰ ਹੋ ਗਈ। ਅਖਰੀ ਬੰਧਨ ਸੀ, ਆਖਰੀ ਬੰਧਨ ਹੈ ਜਨਮ ਮਰਨ ਦਾ, ਜਿਸ ਵਿੱਚ ਜੀਵ ਅਨੇਕਾਂ ਦੁਨੀਆਂ ਵਿੱਚ ਭਰਮਦਾ ਹੈ, ਭਟਕਦਾ ਹੈ। ਇੱਥੇ ਇੱਕ ਗੱਲ ਹੋਰ ਵੀ ਵਿਚਾਰਨਯੋਗ ਹੈ, ਸਮਾਪਤੀ ਕਰਨ ਤੋਂ ਪਹਿਲਾਂ ਮੈਂ ਇਹ ਗੱਲ ਜ਼ਰੂਰੀ ਕਰ ਲਵਾਂ ਵੀ ਇੱਥੇ ਗੱਲ ਹੋਰ ਵੀ ਵਿਚਾਰਨਯੋਗ ਕਿ ਆਮ ਥਾਵਾਂ ਤੇ ਗੁਰਬਾਣੀ ਵਿੱਚ ਜ਼ਿਕਰ ਹੁੰਦਾ ਹੈ ਕਿ ਜਨਮ ਮਰਨ ਭਾਵ ਜਨਮ ਮਰਨ ਦਾ ਜ਼ਿਕਰ ਪਹਿਲਾਂ ਹੈ, ਫਿਰ ਮਰਨ ਦਾ ਹੈ, ਕਿਉਂਕਿ ਜਨਮ ਹੋਵੇਗਾ ਤਾਂ ਮੌਤ ਹੋਵੇਗੀ, ਜਨਮੇ ਨਹੀਂ ਤਾਂ ਮੌਤ ਵੀ ਨਹੀਂ, ਇਸ ਲਈ ਜਨਮੰ ਤਾਂ ਮਰਨੰ, ਇਹ ਸੰਸਕ੍ਰਿਤ ਦੇ ਸ਼ਲੋਕਾਂ ਵਿੱਚ ਵੀ ਬੋਲ ਆਉਂਦਾ ਹੈ। ਕਈ ਵਾਰ ਆਮ ਸੰਸਾਰੀ ਸੋਚ ਲੈਂਦੇ ਹਨ ਕਿ ਬੰਦਗੀ ਕਰਨ ਵਾਲਾ ਤਾਂ ਦੁਨੀਆ ਤੋਂ ਚਲੇ ਹੀ ਜਾਂਦਾ ਹੈ, ਫਿਰ ਬੰਦਗੀ ਕਿਉਂ ਕਰਨੀ ਹੈ, ਉਹ ਵੀ ਤਾਂ ਚਲੇ ਜਾਂਦਾ ਹੈ। ਇਸ ਵਾਰੀ ਤਾਂ ਜਾਣਾ ਹੀ ਹੈ, ਫਿਰ ਜਨਮ ਭਾਵ ਰੱਬ ਤੋਂ ਵਿਛੋੜਾ ਨਹੀਂ ਹੋਵੇਗਾ, ਜਿਸ ਕਰਕੇ ਮੌਤ ਨਹੀਂ ਹੋਵੇਗੀ, ਇਸ ਕਰਕੇ ਬੰਦਗੀ ਕੀਤੀ ਜਾਂਦੀ ਹੈ। ਬੰਦਗੀ ਕਰਨ ਦਾ ਭਾਵ ਇਹ ਹੈ। ਜਾਣਾ ਸਾਰਿਆਂ ਨਹੀਂ ਹੈ ਪਿਆਰਿਓ, ਜਾਣਾ ਸਭ ਨਹੀਂ ਹੈ, ਪਰ ਜਨਮ ਬੰਦਗੀ ਕਰਨ ਦਾ ਮਤਲਬ ਕੀ ਹੈ ਵੀ ਅੱਗੋਂ ਤੇਰੀ ਜਨਮ ਤੇ ਮੌਤ ਦਾ ਕੰਮ ਮੁੱਕ ਜਾਏ। ਬਸ ਬੰਦਗੀ ਕਰਨ ਦਾ ਇਹੋ ਹੀ ਭਾਵ ਹੈ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੋਰ ਨਾ ਹੋਏਗੋ ਫੇਰਾ। ਬੰਦਗੀ ਕਰਨ ਦਾ ਇਹ ਭਾਵ ਹੈ, ਬੰਦਗੀ ਤਾਂ ਕਰਨੀ ਹੈ। ਸਤਿਗੁਰੂ ਜੀ ਕਹਿੰਦੇ ਨੇ ਇਹ ਬੰਧਨ ਟੁੱਟ ਜਾਂਦੇ ਹਨ, ਜੀਵਨ ਮੁਕਤ ਹੋ ਜਾਂਦਾ ਹੈ। ਅਸਲ ਵਿੱਚ ਅਜਿਹੇ ਮਨੁੱਖ ਹੀ ਆਜ਼ਾਦੀ ਦੀ ਜ਼ਿੰਦਗੀ ਜਿਉਂਦੇ ਹੋਏ ਅਸਲ ਵਿੱਚ ਬਾਦਸ਼ਾਹ ਹਨ। ਅਸਲ ਵਿੱਚ ਉਹ ਬਾਦਸ਼ਾਹ ਨਹੀਂ, ਮੈਂ ਕਹਿੰਦਾ ਉਹ ਪਾਤਸ਼ਾਹ ਹਨ, ਜਿਨ੍ਹਾਂ ਨੂੰ ਕੋਈ ਬੰਧਨ ਨਹੀਂ ਹੁੰਦਾ, ਪਰ ਜਿਹੜੇ ਸਾਰੇ ਮਾਇਕ ਪਦਾਰਥ ਬੰਧਨਾਂ ਤੋਂ ਉੱਪਰ ਉੱਠ ਜਾਂਦੇ ਹਨ। ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਸਾਡੀ ਝੋਲੀ ਵਿੱਚ ਵੀ ਇਹ ਦਾਤ ਪਾਉਣ, ਅਸੀਂ ਵੀ ਇਹਨਾਂ ਬੰਧਨਾਂ ਤੋਂ ਉੱਪਰ ਉੱਠ ਕੇ ਆਪਣੀ ਜ਼ਿੰਦਗੀ ਨੂੰ ਜਿਉਣ ਦਾ ਗੁਰੂ ਕੋਲੋਂ ਬਲ ਸਿੱਖੀਏ, ਰਸਤਾ ਸਿੱਖੀਏ, ਮਾਰਗ ਸਿੱਖੀਏ। ਗੁਰ ਕਹੇ ਸੋ ਕਾਰ ਕਮਾਏ ਦੇ ਉੱਤੇ ਪਹਿਰਾ ਦਈਏ, ਸਾਡਾ ਵੀ ਲੋਕ ਪਰਲੋਕ ਸਹੇਲਾ ਹੋ ਜਾਏ। ਇੰਨੇ ਬਚਨ ਪ੍ਰਵਾਨ ਕਰਦੇ ਜੀ, ਹੋਈਆਂ ਭੁੱਲਾਂ ਦੀ ਖਿਮਾ, ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।